ਜਾਓ ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਗ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ
ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ RAM। ਬੇਸੁਮਾਰ ਅਥਾਹ ਅਗਨਤ ਅਤੋਲਾ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲਾ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਆਪਣੇ ਸੇਵਕ ਕੋ ਆਪ ਸਹਾਈ, ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਆਪਣੇ ਸੇਵਕ ਕੋ ਆਪ ਸਹਾਈ, ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਪ੍ਰਭ ਕੀ ਸਰਣ ਉਪਰੈ ਸਭ ਕੋਏ, ਕਰਨ ਕਰਾਵਨ ਪੂਰਨ ਸਚ ਸੋਏ। ਰਹਾ ਅਬ ਮਨ ਬਸਿਆ ਕਰਣੈ ਹਾਰਾ, ਭੈ ਬਿਨ ਸੇ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਿਖ ਲਾਥੇ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਣਾਈ। ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਇਆਲ ਭਗਤ ਵਸ਼ਲ, ਸਰਨ ਪ੍ਰਤ ਪਾਲਕ, ਦੁਸ਼ਟ ਸੰਘਾਰਕ, ਆਤਰਥੀ ਸੂਰਮੇ, ਕਲਗੀਧਰ ਪ੍ਰੀਤਮ, ਚਿੱਟਿਆਂ ਬਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਜੀਆਂ ਦੇ ਕਲਿਆਣ ਹਿਤ, ਭਲੇ ਹਿਤ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੁੰਦਰ ਤਖਤਾਂ ਤੇ ਸੁਸ਼ੋਭਿਤ ਹੋ ਕਰਕੇ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਜਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਜਗਿਆਸੂ ਜਨਾਂ ਨੂੰ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਭਾਗਾਂ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ, ਨੇਮ ਵਾਲਿਆਂ ਨੇ, ਸ਼ਰਧਾ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰੂ ਜੀ ਦੇ ਦਰ ਤੇ ਆ ਕਰਕੇ ਪਾਵਨ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਦੇ ਪਾਵਨ ਅੰਮ੍ਰਿਤਮਈ ਪ੍ਰਵਚਨਾਂ ਨੂੰ ਸ਼੍ਰਵਣ ਕਰਕੇ, ਗਾਇਨ ਕਰਕੇ, ਪੜ੍ਹ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਅੰਮ੍ਰਿਤ ਖਜ਼ਾਨੇ ਦੇ ਵਿੱਚੋਂ ਅੰਮ੍ਰਿਤ ਗੁਰਬਾਣੀ ਦੁਆਰਾ ਸਭਨਾਂ ਨੂੰ ਪ੍ਰੇਮ ਰਸ ਅਤੇ ਆਤਮ ਆਨੰਦ ਬਖਸ਼ ਕਰਕੇ ਤ੍ਰਿਪਤ ਕੀਤਾ ਹੈ, ਕਿਰਤਾਰਥ ਕੀਤਾ ਹੈ। ਕਲਗੀਧਰ ਸਾਹਿਬ ਜੀ ਦੇ ਪਾਵਨ ਤਖਤ ਸਾਹਿਬ ਜੀ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਹੁਣ ਵਕਤ ਹੋ ਆਇਆ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸ਼੍ਰਵਣ ਕਰਨੇ ਦਾ।
ਸਰਬਤ ਮਾਈ ਭਾਈ ਜਗਿਆਸੂ ਜਨ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਬਾਣੀ ਸਰੀਰ ਕਰਕੇ ਸਾਵਧਾਨਤਾ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਹਿਤ ਪ੍ਰੇਮ ਦੇ ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਵਾਸਤੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜ਼ਹਰਾ ਮੂਰਤ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਸ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ, ਰਹਿਮਤਾਂ ਪ੍ਰਾਪਤ ਕਰਨ ਵਾਸਤੇ, ਦੁਨਿਆਵੀ ਪਦਾਰਥ ਨਾਮ ਦੀ ਦਾਤ ਲੋਕ ਪਰਲੋਕ ਦਾ ਸੁਖ ਲੈਣ ਵਾਸਤੇ ਬੇਅੰਤ ਜਗਿਆਸੂ ਜਨ ਆਉਂਦੇ ਨੇ। ਆਪੋ ਆਪਣੀਆਂ ਕਾਮਨਾਵਾਂ ਸਤਿਗੁਰੂ ਜੀ ਦੇ ਦਰ ਤੋਂ ਪੂਰੀਆਂ ਕਰਦੇ ਨੇ। ਮਨ ਇੱਛਤ ਫਲ ਪਾ ਕਰਕੇ ਸਤਿਗੁਰੂ ਜੀ ਸਭਨਾਂ ਦੀਆਂ ਝੋਲੀਆਂ ਲੋਕ ਪਰਲੋਕ ਦੇ ਪਦਾਰਥਾਂ ਦੇ ਨਾਲ ਭਰਦੇ ਨੇ। ਤੇ ਜਿਹੜੇ ਚਾਹਤ ਵਾਲੇ, ਜਗਿਆਸਾ ਵਾਲੇ, ਇੱਛਾ ਵਾਲੇ ਹੁੰਦੇ ਨੇ ਨਾ, ਆਪਣੇ ਮਨ ਦੇ ਸੰਕਲਪ ਸਤਿਗੁਰੂ ਜੀ ਦੇ ਅੱਗੇ ਪ੍ਰਗਟ ਕਰਦੇ ਨੇ। ਹਿਰਦੇ ਦੇ ਸੰਸੇ, ਮਨ ਦੇ ਸਵਾਲ ਸਤਿਗੁਰੂ ਜੀ ਤੋਂ ਪੁੱਛਦੇ ਨੇ। ਇਸ ਪ੍ਰਕਾਰ ਗੁਰਬਾਣੀ ਦੇ ਵਿੱਚ ਬੇਅੰਤ ਥਾਵਾਂ ਤੇ ਉਥਾਨਕਾ ਆਉਂਦੀ ਹੈ ਕਿ ਗੁਰਸਿੱਖ ਸਵਾਲ ਪੁੱਛਦੇ ਨੇ। ਤੇ ਸਾਧ ਸੰਗਤ ਜੀ, ਇਹ ਸਾਰੇ ਸਵਾਲ ਕੋਈ ਇੱਕ ਹੀ ਦਿਨ ਵਿੱਚ ਨਹੀਂ ਪੁੱਛੇ ਗਏ ਹੁੰਦੇ। ਹਰ ਰੋਜ਼ ਸੰਗਤਾਂ ਆਉਂਦੀਆਂ ਨੇ, ਇੱਕ ਇੱਕ ਦਿਨ ਦੇ ਵਿੱਚ ਕਈ ਕਈ ਗੁਰਸਿੱਖ ਆਪਣੇ ਹਿਰਦੇ ਦੇ ਸਵਾਲ ਪੁੱਛਦੇ ਨੇ। ਤੇ ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਪੁੱਛਦੇ ਨੇ, ਗਰੀਬ ਨਿਵਾਜ ਸਾਹਿਬ ਜੀ ਮੁਬਾਰਕ ਮੁਖੜੇ ਚੋਂ, ਸ਼੍ਰੀ ਕੰਠ ਚੋਂ ਉਚਾਰਨ ਕਰਕੇ ਅੰਮ੍ਰਿਤ ਉਪਦੇਸ਼ ਰਾਹੀਂ ਅੰਮ੍ਰਿਤ ਬਚਨਾਂ ਦੇ ਨਾਲ ਸਭਨਾਂ ਨੂੰ ਨਿਹਾਲ ਤੇ ਕਿਰਤਾਰਥ ਕਰਦੇ ਨੇ। ਕਈ ਵਾਰ ਐਵੇਂ ਵੀ ਹੁੰਦਾ ਹੈ, ਪਹਿਲੇ ਜਗਿਆਸੂ ਆਏ ਨੇ ਤੇ ਉਹਨਾਂ ਦਾ ਵੀ ਉਹੀ ਸਵਾਲ, 2 4 10 ਦਿਨਾਂ ਬਾਅਦ ਆਏ ਨੇ ਤੇ ਉਹਨਾਂ ਦਾ ਵੀ ਉਹੀ ਸਵਾਲ। ਪਰ ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਵਾਲ ਕਰਨ ਵਾਲੇ ਬੇਅੰਤ ਨੇ। ਸਵਾਲ ਵੀ ਵੱਖ-ਵੱਖ ਤਰ੍ਹਾਂ ਦੇ ਨੇ, ਬਦਲ ਕੇ ਆਉਂਦੇ ਨੇ, ਉਹੀਓ ਵੀ ਮੁੜ ਕੇ ਆਉਂਦੇ ਨੇ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਕ ਸਵਾਲ ਦਾ ਜਵਾਬ, ਜਿੱਥੇ ਆਤਮ ਉਪਦੇਸ਼ ਦੁਆਰਾ ਅੰਮ੍ਰਿਤ ਬਚਨਾਂ ਦੇ ਨਾਲ ਸ਼ਬਦ ਉਚਾਰਨ ਕਰਕੇ ਦਿੱਤਾ ਹੈ, ਜੇ ਉਹੀਓ ਸਵਾਲ ਨਵੇਂ ਜਗਿਆਸੂ ਨੇ ਆ ਕਰਕੇ ਪੁੱਛਿਆ ਤੇ ਸਤਿਗੁਰੂ ਜੀ ਨਵੇਂ ਸ਼ਬਦ ਦੁਆਰਾ ਨਵਾਂ ਉਪਦੇਸ਼ ਬਖਸ਼ ਦਿੰਦੇ ਨੇ। ਸਿਧਾਂਤ ਉਹੀਓ ਰਹਿੰਦਾ ਹੈ ਬ੍ਰਹਮ ਗਿਆਨ ਦਾ। ਜਿਸ ਪ੍ਰਕਾਰ ਜਹਾਜ਼ ਸਮੁੰਦਰ ਦੇ ਵਿੱਚ ਚੱਲਦੇ ਨੇ ਤੇ ਸਾਧ ਸੰਗਤ ਜੀ, ਜਿਹੜੀ ਸ਼ਿਪ ਦੇ ਅੰਦਰ ਕੰਪਾਸ ਦੀ ਸੂਈ ਹੁੰਦੀ ਹੈ, ਉਹਦਾ ਮੂੰਹ, ਉਹਦੀ ਚੁੰਝ ਹਮੇਸ਼ਾ ਧਰੂ ਤਾਰੇ ਵੱਲ ਰਹਿੰਦੀ ਹੈ, ਜਿਹੜੀ ਜਹਾਜ਼ ਨੂੰ ਕਦੇ ਭਟਕਣ ਨਹੀਂ ਦਿੰਦੀ, ਭ੍ਰਮਣ ਨਹੀਂ ਦਿੰਦੀ ਹੈ। ਇਸ ਪ੍ਰਕਾਰ ਜਿਹੜੀ ਦਿਸ਼ਾ ਹੈ, ਉਹ ਜਿਹੜਾ ਜਹਾਜ਼ ਹੈ ਭੁੱਲ ਕਰਕੇ ਕੁਰਾਹੇ ਨਹੀਂ ਪੈਂਦਾ ਏ। ਸਤਿਗੁਰੂ ਜੀ ਦੇ ਪਾਸ ਜਿਤਨੇ ਵੀ ਜਗਿਆਸੂ ਜਨ ਆ ਕਰਕੇ ਸਵਾਲ ਕਰਦੇ ਨੇ, ਬੇਨਤੀਆਂ ਕਰਦੇ ਨੇ, ਹਜ਼ੂਰ ਪਾਤਸ਼ਾਹ ਜੀ ਕੰਪਾਸ ਦੀ ਸੂਈ ਦੇ ਵਾਂਗੂ ਜਿਹੜਾ ਮੁੱਖ ਭਾਵ ਬਿਰਤੀ ਨੂੰ ਰੱਖਣਾ ਹੈ, ਬ੍ਰਹਮ ਜੀ ਦੇ ਵਿੱਚ ਹੀ ਲੀਨ ਕਰਕੇ ਰੱਖਦੇ ਨੇ। ਪਰ ਜਿਹੜੇ ਸਿੱਖਾਂ ਦੇ ਸੰਕਲਪ ਨੇ, ਮਨ ਦੇ ਫੁਰਨੇ ਨੇ, ਉਹਨਾਂ ਦੇ ਜਿਹੜੇ ਜਵਾਬ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖ-ਵੱਖ ਸ਼ਬਦਾਂ ਦੇ ਦੁਆਰਾ, ਵੱਖ-ਵੱਖ ਸਮਿਆਂ ਤੇ ਜਿਵੇਂ ਜਿਵੇਂ ਸਿੱਖਾਂ ਨੇ ਬੇਨਤੀਆਂ ਕੀਤੀਆਂ, ਗਰੀਬ ਨਿਵਾਜ ਸ਼ੰਕਿਆ ਦੀ ਨਿਵਰਤੀ ਕਰਦੇ ਨੇ। ਤੇ ਸੰਗਤ ਆਈ ਹੈ ਤੇ ਜਗਿਆਸੂ ਜਨ ਨੇ ਹਿਰਦੇ ਦਾ ਸੰਕਲਪ ਸਤਿਗੁਰੂ ਜੀ ਦੇ ਸਮਕਸ਼ ਪ੍ਰਗਟ ਕਰਿਆ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪ ਜੀ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਕਥਨ ਕਰਦੇ ਹੋ। ਤੇ ਦੁਨੀਆ ਦੇ ਅੰਦਰ ਦੇਖਿਆ ਜਾਂਦਾ, ਜਿਹੜੇ ਦੁਨਿਆਵੀ ਰਾਜੇ ਵੀ ਨੇ ਨਾ, ਇਹਨਾਂ ਦਾ ਕੋਈ ਸੰਬੰਧੀ ਹੋਵੇ, ਕੋਈ ਆਪਣਾ ਹੋਵੇ ਤੇ ਇਸ ਦਾ ਕਾਰਜ ਸਵਾਰਨਾ ਹੋਵੇ ਤੇ ਦੁਨਿਆਵੀ ਰਾਜਿਆਂ ਨੂੰ ਵੀ ਆਪ ਜਾਣ ਦੀ ਲੋੜ ਨਹੀਂ ਪੈਂਦੀ। ਆਪਣੇ ਅਧਿਕਾਰੀਆਂ ਨੂੰ, ਆਪਣੇ ਸੈਨਾਪਤੀ ਨੂੰ, ਆਪਣੇ ਸ਼ਹਿਜ਼ਾਦੇ ਨੂੰ, ਇਸ ਪ੍ਰਕਾਰ ਕਿਸੇ ਆਪਣੇ ਅਹੁਦੇਦਾਰ ਨੂੰ, ਵਜ਼ੀਰ ਨੂੰ ਭੇਜ ਕੇ ਤੇ ਆਪਣੇ ਹਿਤੂਆਂ ਦੇ, ਆਪਣੇ ਪਿਆਰਿਆਂ ਦੇ ਕਾਰਜ ਕਰ ਲੈਂਦੇ ਨੇ। ਪ੍ਰਜਾ ਤੇ ਕਿਤੇ ਭੀੜ ਬਣ ਆਵੇ, ਆਪਣੇ ਸ਼ਹਿਜ਼ਾਦੇ ਨੂੰ ਫੌਜ ਦੇ ਕਰਕੇ ਜਾਂ ਵਜ਼ੀਰ ਸੈਨਾਪਤੀ ਨੂੰ ਫੌਜ ਦੇ ਕਰਕੇ ਭੇਜਦੇ ਨੇ। ਤੇ ਜਿਹੜੇ ਰਾਜੇ ਨੇ ਆਪ ਤਖਤ ਤੇ ਬੈਠ ਕਰਕੇ ਹੁਕਮ ਹੀ ਚਲਾਉਂਦੇ ਨੇ।
ਸੱਚੇ ਪਾਤਸ਼ਾਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਜੀ ਨੇ ਰਾਜਿਆਂ ਦੇ ਰਾਜੇ ਕਥਨ ਕਰਨਾ ਕੀਤਾ ਹੈ। ਕਲਗੀਧਰ ਸਾਹਿਬ ਜੀ ਵੀ ਫਰਮਾਨ ਕਰਦੇ ਨੇ ਨਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਜਿਹੜੇ ਦੁਨਿਆਵੀ ਬਾਦਸ਼ਾਹ ਨੇ ਇਹਨਾਂ ਦੇ ਕੋਲ ਬਾਦਸ਼ਾਹ ਆਉਣ, ਅਮੀਰ ਆਉਣ, ਵਜ਼ੀਰ ਆਉਣ ਤੇ ਬੜੇ ਪ੍ਰਸੰਨ ਹੁੰਦੇ ਨੇ, ਪਰ ਗਰੀਬਾਂ ਨੂੰ ਮਿਲ ਕੇ ਕਦੇ ਰਾਜੀ ਨਹੀਂ। ਪਰ ਧੰਨ ਹਨ ਅਕਾਲ ਪੁਰਖ ਵਾਹਿਗੁਰੂ ਜੀ, ਪਾਤਸ਼ਾਹਾਂ ਸਿਰ ਪਾਤਸ਼ਾਹ ਨੇ, ਸੋਈ ਧਿਆਈਐ ਜੀਅੜੇ ਸਿਰ ਸਾਹਾਂ ਪਾਤਸ਼ਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ। ਹੈਨ ਪਾਤਸ਼ਾਹਾਂ ਸਿਰ ਪਾਤਸ਼ਾਹ, ਪਰ ਐਸਾ ਨਹੀਂ ਕਿ ਪਿਆਰ ਇਕੱਲੇ ਰਾਜਿਆਂ ਦੇ ਨਾਲ, ਵਜ਼ੀਰਾਂ ਦੇ ਨਾਲ ਜਾਂ ਅਮੀਰਾਂ ਦੇ ਨਾਲ ਹੋਵੇ। ਪਾਤਸ਼ਾਹਾਂ ਦੇ ਪਾਤਸ਼ਾਹ ਹੋ ਕਰਕੇ ਵੀ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ, ਨਾਉ ਗਰੀਬ ਨਿਵਾਜ ਹੈ, ਨਾਮ ਹੀ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਦੇ ਨੇ। ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਰੀਬੀ ਨਿਮਰਤਾ ਹੈ, ਤਿੰਨਾਂ ਨੂੰ ਨਿਵਾਜਦੇ ਨੇ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਦੇ ਰਾਜਾ ਨੇ, ਗਰੀਬ ਨਿਵਾਜ ਨੇ, ਐਸੇ ਹਰੀ ਪਰਮਾਤਮਾ ਜੀ ਨੂੰ ਯਾਦ ਕਰਨ ਵਾਲਾ ਜਗਿਆਸੂ ਹੈ, ਪ੍ਰੇਮੀ ਹੈ, ਗੁਰਸਿੱਖ ਹੈ, ਕੋਈ ਭਗਤ ਹੈ, ਆਰਾਧਕ ਹੈ, ਪੂਜਨੀਕ ਅਕਾਲ ਪੁਰਖ ਜੀ ਦੀ ਪੂਜਾ ਕਰਨ ਵਾਲਾ ਪੁਜਾਰੀ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਬਚਨ ਹੈ ਨਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੇ ਸਾਧ ਸੰਗਤ ਜੀ, ਅੱਜ ਦੇ ਸਮੇਂ ਦੇ ਅੰਦਰ ਬੜੀਆਂ ਅਣਹੋਈਆਂ ਬਾਤਾਂ ਹੋ ਰਹੀਆਂ ਨੇ। ਆਪਣੇ ਆਪ ਨੂੰ ਪ੍ਰੋਫੈਸਰ ਇਤਿਆਦਿਕ ਲਿਖਵਾਉਣ ਵਾਲੇ ਤੇ ਅਖਵਾਉਣ ਵਾਲੇ ਜਿਹੜੇ ਲੋਕ ਨੇ, ਪੁਜਾਰੀ ਸ਼ਬਦ ਤੇ ਵੱਡੀ ਕਿੰਤੂ ਕਰਦੇ ਨੇ ਤੇ ਇਹ ਗੱਲ ਕਹਿਣਾ ਕਰਦੇ ਨੇ ਇੱਥੋਂ ਤੱਕ ਤੇ ਤਖਤ ਸਾਹਿਬਾਨਾਂ ਜੀ ਦੇ ਜਥੇਦਾਰ ਸਾਹਿਬਾਨ ਜੀ ਨੂੰ ਵੀ ਪੁਜਾਰੀ ਕਹਿ ਕਰਕੇ ਨਿੰਦਣ ਦਾ ਤੇ ਭੰਡਣ ਦਾ ਯਤਨ ਕਰਦੇ ਨੇ। ਤੇ ਜੋੜ ਦਿੱਤਾ ਜਾਂਦਾ ਹੈ ਮੰਦਰਾਂ ਦੇ ਪੁਜਾਰੀ ਦੇ ਨਾਲ, ਕਿ ਜਿਵੇਂ ਮੰਦਰਾਂ ਦੇ ਅੰਦਰ ਮੂਰਤੀਆਂ ਦੀ ਪੂਜਾ ਕਰਨ ਵਾਲੇ ਪੁਜਾਰੀ ਨੇ, ਉਵੇਂ ਇਹ ਪੁਜਾਰੀ ਨੇ। ਇਸ ਪ੍ਰਕਾਰ ਕਿਧਰੇ ਨਾ ਕਿਧਰੇ ਬੁੱਤ ਪ੍ਰਸਤ ਦਰਸਾਇਆ ਜਾਂਦਾ ਕਿ ਇਹ ਜਿਹੜੇ ਅੱਜ ਦੇ ਪ੍ਰਚਾਰਕ ਨੇ, ਜਿਹੜੇ ਗੁਰਬਾਣੀ ਦਾ, ਗੁਰਮਤ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਨੇ, ਉਹਨਾਂ ਨੂੰ ਤੇ ਜਥੇਦਾਰਾਂ ਨੂੰ ਵਿਸ਼ੇਸ਼ ਕਰਕੇ ਪੁਜਾਰੀ ਕਹਿ ਕਰਕੇ ਨਿੰਦਿਆ ਭੰਡਿਆ ਜਾਂਦਾ ਹੈ। ਉਹਨਾਂ ਹੋਸ਼ੀ ਮਤ ਵਾਲਿਆਂ ਨੂੰ, ਅਗਿਆਨੀਆਂ ਨੂੰ, ਭੁੱਲਣਾ ਨੂੰ ਸ਼ਾਇਦ ਸਤਿਗੁਰੂ ਜੀ ਦੇ ਇਹ ਬਚਨ ਕਦੇ ਚੇਤੇ ਹੀ ਨਹੀਂ ਆਏ, ਜਾਂ ਕਦੇ ਸੁਣੇ ਹੀ ਨਹੀਂ ਹੋਣਗੇ, ਕਦੇ ਪੜ੍ਹੇ ਹੀ ਨਹੀਂ ਹੋਣਗੇ, ਕਿਉਂਕਿ ਉਹਨਾਂ ਦਾ ਦਿਸ਼ਾ ਨਿਰਦੇਸ਼ ਤਾਂ ਏਜੰਸੀਆਂ ਨੇ ਕਰਨਾ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਚਾਨਣ ਲੈ ਕਰਕੇ ਥੋੜਾ ਨਾ ਪ੍ਰਚਾਰ ਕਰਦੇ ਨੇ, ਪੁਜਾਰੀ ਕਹਿ ਕਰਕੇ ਭੰਡਦੇ ਨੇ। ਤੇ ਜਿਨ੍ਹਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਪੁਜਾਰੀ ਬਣਾ ਦਿੱਤਾ ਤੇ ਬਚਨ ਕਰਨਾ ਕੀਤਾ, ਪੂਜਾ ਅਕਾਲ ਕੀ। ਜਿਸ ਪ੍ਰਕਾਰ ਸਾਧਨਾ ਕਰਨ ਵਾਲਾ ਸਾਧੂ ਹੈ, ਜੋਗ ਦੇ ਕਮਾਉਣ ਵਾਲਾ ਜੋਗੀ ਹੈ, ਭੋਗਾਂ ਦੇ ਵਿੱਚ ਗਲਤਾਨ ਭੋਗੀ ਹੈ, ਸਰੀਰ ਦੇ ਉੱਪਰ ਰੋਗ ਆ ਗਿਆ ਤੇ ਰੋਗੀ ਹੈ, ਬ੍ਰਹਮਚਰਜ ਨੂੰ ਧਾਰਨ ਕਰਦਾ ਤੇ ਬ੍ਰਹਮਚਾਰੀ ਹੈ, ਰਾਹ ਦੇ ਉੱਪਰ ਚੱਲਦਾ ਹੈ ਤੇ ਰਾਹੀ ਹੈ, ਗ੍ਰਸਤ ਮਾਰਗ ਨੂੰ ਧਰਮ ਕਰਦਾ ਹੈ ਤੇ ਗ੍ਰਸਤੀ ਹੈ। ਇਸੇ ਪ੍ਰਕਾਰ ਜਿਹੜਾ ਪੂਜਾ ਕਰਦਾ ਹੈ ਉਹ ਪੁਜਾਰੀ ਹੈ। ਤੇ ਸਤਿਗੁਰੂ ਜੀ ਨੇ ਤੇ ਸਿਧਾਂਤ ਹੀ ਇਹ ਦਿੱਤਾ, ਪੂਜਾ ਅਕਾਲ ਕੀ। ਕਿਹੜਾ ਅਕਾਲ? ਜਿਹੜਾ ਰਾਜਿਆਂ ਸਿਰ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਚਾ। ਦਾਸ ਜਾਨ ਕਰ ਕਿਰਪਾ ਕਰੋ ਮੁਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਹੇ ਗਰੀਬ ਨਿਵਾਜ, ਸਾਰੀਆਂ ਆਸਾਂ ਛੱਡ ਕੇ, ਸਾਰੇ ਅੰਦੇਸੇ ਛੱਡ ਕੇ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਆ ਪਏ ਹਾਂ। ਮੈਨੂੰ ਆਪਣਾ ਦਾਸ ਜਾਣ ਕਰਕੇ ਮੇਰੀ ਲੱਜਾ ਰੱਖ ਲਵੋ। ਜਿਹੜੇ ਐਸੇ ਦਾਸ ਨੇ, ਜਿਹੜੇ ਐਸੇ ਪੁਜਾਰੀ ਨੇ, ਜਿਹੜੇ ਐਸੇ ਪਿਆਰੇ ਵਾਹਿਗੁਰੂ ਜੀ ਦੀ ਪੂਜਾ ਕਰਨ ਵਾਲੇ ਨੇ। ਤੇ ਇਹ ਵੀ ਬੇਨਤੀ ਕਰ ਦੇਵਾਂ, ਅੱਜ ਦੇ ਸਮੇਂ ਦੇ ਅੰਦਰ ਤੇ ਪੁਜਾਰੀ ਸ਼ਬਦ ਬਦਨਾਮ ਕਰਨ ਵਾਸਤੇ ਇਸਤੇਮਾਲ ਕਰਦੇ ਨੇ ਨਾ, ਪਰ ਪੁਰਾਤਨ ਸਮੇਂ ਦੇ ਸਿੱਖਾਂ ਦਾ ਜੀਵਨ ਗੁਰ ਇਤਿਹਾਸ ਪੜ੍ਹ ਕੇ ਦੇਖੀਏ ਤੇ ਗੁਰੂ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਅਰਥਾਤ ਗ੍ਰੰਥੀ ਸਿੰਘਾਂ ਨੂੰ ਪੁਜਾਰੀ ਕਿਹਾ ਜਾਂਦਾ ਸੀ। ਤਵਾਰੀਖ ਗੁਰੂ ਖਾਲਸਾ ਗ੍ਰੰਥ ਨੂੰ ਪੜ੍ਹਨਾ ਕਰੀਏ, ਜਿਹੜੇ ਸ਼ਹੀਦ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ, ਉਹਨਾਂ ਦੇ ਪੜਪੋਤਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਤੇ ਜਦੋਂ ਕਿਸੇ ਇਤਿਹਾਸਕ ਸਥਾਨ ਦਾ ਜ਼ਿਕਰ ਕਰਦੇ ਨੇ, ਪ੍ਰਸੰਗ ਲਿਖਦੇ ਨੇ ਤੇ ਨਾਲ ਲਿਖਦੇ ਨੇ ਇਤਨੇ ਪੁਜਾਰੀ ਨੇ, ਇਤਨੀ ਸਾਲਾਨਾ ਆਮਦਨ ਹੈ। ਇਸ ਪ੍ਰਕਾਰ ਪੁਰਾਤਨ ਸਮੇਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਪੁਜਾਰੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦੇ ਨੇ, ਅਕਾਲ ਦੀ ਪੂਜਾ ਕਰਦੇ ਨੇ।
ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਹੜੇ ਅਕਾਲ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਉੱਪਰ ਸੰਕਟ ਪੈ ਜਾਵੇ, ਵਿਪਤਾ ਪੈ ਜਾਵੇ, ਭੀੜਾ ਪੈ ਜਾਵੇ, ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਦੇਵੀ ਦੇਵਤੇ ਨੂੰ ਭੇਜ ਦਿੰਦੇ ਹੋਣਗੇ ਕਿ ਜਾ ਕੇ ਸਹਾਇਤਾ ਕਰੋ। ਜਿਵੇਂ ਰਾਜਾ ਆਪਣੇ ਸੈਨਾਪਤੀ ਨੂੰ, ਆਪਣੇ ਵਜ਼ੀਰ ਨੂੰ, ਆਪਣੇ ਉੱਚ ਅਹੁਦੇ ਵਾਲੇ ਅਧਿਕਾਰੀਆਂ ਨੂੰ ਭੇਜ ਕਰਕੇ ਕਾਰਜ ਸਵਾਰ ਦਿੰਦੇ ਨੇ ਪ੍ਰਜਾ ਦਾ। ਕਿਧਰੇ ਬਗਾਵਤ ਹੁੰਦੀ ਹੋਵੇ, ਚੋਰੀਆਂ ਹੁੰਦੀਆਂ ਹੋਣ, ਧਾੜੇ ਵੱਜਦੇ ਹੋਣ, ਕਤਲੋ ਗਾਰਤ ਹੁੰਦਾ ਹੋਵੇ ਤੇ ਰਾਜੇ ਨੂੰ ਆਪ ਥੋੜਾ ਨਾ ਜਾਣਾ ਪੈਂਦਾ, ਕਿਸੇ ਆਫੀਸਰ ਨੂੰ ਭੇਜ ਦਿੰਦਾ ਹੈ, ਡਿਊਟੀ ਲਗਾ ਦਿੰਦਾ ਹੈ, ਜਾਓ ਜਾ ਕੇ ਪਤਾ ਲੈ ਕੇ ਆਓ, ਖਬਰਸਾਰ ਲਓ, ਪ੍ਰਜਾ ਦਾ ਭਲਾ ਕਰੋ। ਤਾਂ ਜਦੋਂ ਇਸੇ ਪ੍ਰਕਾਰ ਪਰਮਾਤਮਾ ਜੀ ਦੇ ਭਗਤ ਦੇ ਉੱਪਰ ਕੋਈ ਸਮਾਂ ਬਣ ਆਵੇ, ਸੰਕਟ ਪੈ ਜਾਵੇ, ਵਿਪਤਾ ਪੈ ਜਾਵੇ ਜਾਂ ਭੀੜਾ ਪੈ ਜਾਵੇ, ਦੁੱਖ ਦਾ ਕਸ਼ਟ ਦੀ ਘੜੀ ਹੋਵੇ, ਦੁੱਖ ਦਾ ਵਕਤ ਹੋਵੇ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪ ਤੇ ਨਹੀਂ ਆਉਣਾ ਪੈਂਦਾ ਹੋਵੇਗਾ, ਕਿਉਂਕਿ ਉਹ ਤੇ ਪਾਤਸ਼ਾਹਾਂ ਸਿਰ ਪਾਤਸ਼ਾਹ ਨੇ, ਕਿਸੇ ਨੂੰ ਭੇਜ ਕੇ ਸਹਾਇਤਾ ਕਰ ਦਿੰਦੇ ਹੋਣਗੇ। ਮਹਾਰਾਜ ਇਹ ਹਿਰਦੇ ਦੇ ਅੰਦਰ ਫੁਰਨਾ ਹੈ, ਕਿਰਪਾਲਤਾ ਕਰਕੇ ਸਾਡੇ ਫੁਰਨੇ ਦਾ ਅੰਮ੍ਰਿਤ ਬਚਨਾਂ ਦੁਆਰਾ ਉਪਦੇਸ਼ ਦੇ ਕਰਕੇ ਜੋ ਭਰਮ ਹੈ ਨਿਵਰਤ ਕਰ ਦੇਣਾ ਕਰੋ ਕਿ ਵਾਹਿਗੁਰੂ ਜੀ ਆਪ ਆਉਂਦੇ ਨੇ ਜਾਂ ਆਪਣੇ ਕਿਸੇ ਪਿਆਰੇ ਨੂੰ ਭੇਜਦੇ ਨੇ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਮਹੱਲਾ 5ਵਾਂ ਦੇ ਸਰਲੇਖ ਹੇਠ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਆਪਣੇ ਸੇਵਕ ਕੋ ਆਪ ਸਹਾਈ। ਹੇ ਗੁਰਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੈਨ ਤੇ ਰਾਜਿਆਂ ਦੇ ਰਾਜੇ, ਹੈਨ ਤਾਂ ਮਹਾਰਾਜਿਆਂ ਦੇ ਮਹਾਰਾਜੇ, ਹੈਨ ਤੇ ਪਾਤਸ਼ਾਹਾਂ ਸਿਰ ਪਾਤਸ਼ਾਹ। ਪਰ ਵਾਹਿਗੁਰੂ ਜੀ ਜੋ ਪਾਤਸ਼ਾਹ ਨੇ ਇਹ ਦੁਨਿਆਵੀ ਪਾਤਸ਼ਾਹਾਂ ਵਰਗੇ ਪਾਤਸ਼ਾਹ ਨਹੀਂ। ਆਪਣੇ ਸੇਵਾਦਾਰਾਂ ਦੀ, ਆਪਣੇ ਸੇਵਕਾਂ ਦੀ, ਜੋ ਵਾਹਿਗੁਰੂ ਜੀ ਦੀ ਪੂਜਾ ਕਰਨ ਵਾਲੇ ਨਾਮ ਦੇ ਰਸੀਏ ਮਹਾਤਮਾ ਨੇ, ਉਹਨਾਂ ਦੇ ਉੱਪਰ ਕੋਈ ਸਮਾਂ ਬਣ ਆਵੇ ਨਾ ਤੇ ਆਪਣੇ ਸੇਵਕਾਂ ਦੀ ਹਰੀ ਪਰਮਾਤਮਾ ਜੀ ਆਪ ਹੀ ਆ ਕਰਕੇ ਸਹਾਈ ਹੁੰਦੇ ਨੇ, ਸਹਾਇਤਾ ਕਰਦੇ ਨੇ, ਮਦਦਗਾਰ ਬਣਦੇ ਨੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾ ਤਹਾ ਉਠ ਧਾਵੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਨਾ, ਕਲਗੀਧਰ ਸਾਹਿਬ ਜੀ ਨੇ ਵੀ ਜੋ ਨਰਸਿੰਘ ਭਗਵਾਨ ਜੀ ਦਾ ਪ੍ਰਸੰਗ ਹੈ, 24 ਅਵਤਾਰਾਂ ਦੇ ਵਿੱਚ ਨਰਸਿੰਘ ਦੀ ਕਥਾ ਲਿਖਣੀ ਕੀਤੀ ਹੈ। ਤੇ ਜਿਸ ਵੇਲੇ ਧਰੂ ਜੀ ਦਾ ਪ੍ਰਸੰਗ ਪੜ੍ਹਿਆ ਜਾਵੇ ਤੇ ਨਰਸਿੰਘ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਦੋਂ ਧਰੂ ਜੀ ਦੇ ਉੱਪਰ ਬੇਅੰਤ ਤਸ਼ੱਦਦ ਕੀਤੇ ਗਏ, ਤਰੱਦਦ ਕੀਤੇ ਗਏ, ਦੁੱਖ ਦੇਣ ਦਾ ਯਤਨ ਕੀਤਾ ਗਿਆ, ਭਗਤ ਧਰੂ ਜੀ ਨੇ ਸਿਦਕ ਨਹੀਂ ਹਾਰਿਆ। ਹੋਲਕਾਂ ਦੀ ਗੋਦ ਵਿੱਚ ਬਿਠਾ ਕਰਕੇ ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਸਰੀਰ ਦੇ ਨਾਲ ਪੱਥਰ ਬੰਨ੍ਹ ਕਰਕੇ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਉੱਚੇ ਪਹਾੜ ਤੋਂ, ਪਰਬਤ ਤੋਂ ਸੁੱਟ ਕੇ ਮਾਰਨ ਦਾ ਯਤਨ ਕੀਤਾ, ਤੇਲ ਦੇ ਕੜਾਹੇ ਵਿੱਚ ਉਬਾਲ ਕਰਕੇ, ਰਿੰਨ ਕਰਕੇ ਮਾਰਨ ਦਾ ਯਤਨ ਕੀਤਾ, ਪਰ ਮੌਤ ਮਾਰਦੀ ਨਹੀਂ। ਆਖਰਕਾਰ ਹਰਨਾਕਸ਼ ਨੇ ਇੱਕ ਤਰੀਕਾ ਲੱਭਿਆ ਕਿ ਅੱਗ ਦੇ ਸੇਕ ਦੇ ਨਾਲੋਂ ਲੋਹੇ ਦਾ ਸੇਕ ਜ਼ਿਆਦਾ ਹੁੰਦਾ ਹੈ। ਲੋਹੇ ਨੂੰ ਤਪਾ ਦਿੱਤਾ ਜਾਵੇ, ਅੱਗ ਦੇ ਵਿੱਚ ਲਾਲ ਕਰ ਦਿੱਤਾ ਜਾਵੇ, ਤੇ ਉਦਾਹਰਣ ਦੇ ਤੌਰ ਦੇ ਵਿੱਚੋਂ ਅੱਗ ਦੀ ਲਾਟ ਦੇ ਵਿੱਚੋਂ ਸਰੀਰ ਦਾ ਹੱਥ ਪੈਰ ਅੰਗ ਆਰ ਪਾਰ ਕਰਦੇ ਰਹੀਏ ਤੇ ਹੱਥ ਪੈਰ ਸੜਦਾ ਨਹੀਂ। ਪਰ ਜਿਹੜਾ ਲੋਹਾ ਤਪ ਕੇ ਅੱਗ ਦੇ ਸੇਕ ਦੇ ਨਾਲ ਲਾਲ ਹੋ ਗਿਆ, ਜੇ ਉਸ ਦੇ ਨਾਲ ਹੱਥ ਵੱਜ ਵੀ ਜਾਵੇ ਤੇ ਛਾਲੇ ਬਣ ਜਾਂਦੇ ਨੇ, ਮਾਸ ਸੜ ਜਾਂਦਾ, ਝੁਲਸ ਜਾਂਦਾ ਹੈ। ਅੱਗ ਦੇ ਵਿੱਚ ਪੈ ਕਰਕੇ ਲੋਹੇ ਦਾ ਸੇਕ ਅੱਗ ਦੇ ਨਾਲੋਂ ਜ਼ਿਆਦਾ ਹੋ ਜਾਂਦਾ, ਕਿਉਂਕਿ ਤਪਸ਼ ਉਸ ਦੀ ਬੜੀ ਵੱਧ ਜਾਂਦੀ ਹੈ। ਲੋਹੇ ਦਾ ਥੰਮ ਤਪਾ ਕਰਕੇ ਤਾਂਬੇ ਵਾਂਗੂ ਲਾਲ ਕਰ ਦਿੱਤਾ ਹੈ ਤੇ ਪ੍ਰਹਿਲਾਦ ਨੂੰ ਕਹਿਣਾ ਕੀਤਾ, ਤਪਦੇ ਹੋਏ ਥੰਮ ਨੂੰ ਜੱਫੀ ਪਾ ਲੈਣਾ ਕਰ, ਵੇਖਾਂ ਤੇਰਾ ਪ੍ਰਮਾਤਮਾ ਤੈਨੂੰ ਕਿਵੇਂ ਰੱਖਦਾ। ਹੁਣ ਅੱਗ ਚੋਂ ਤੇ ਬਚ ਗਿਆ ਨਾ, ਹੋਲਕਾ ਦੀ ਗੋਦ ਚੋਂ, ਹੁਣ ਦੇਖਦਾ ਤੱਤੇ ਥੰਮ ਤੋਂ ਕਿਵੇਂ ਬਚਦਾ ਹੈ। ਤੇ ਜ਼ਿਕਰ ਆਉਂਦਾ ਤੇ ਇਸ ਵੇਲੇ ਭਗਤ ਜੀ ਦਾ ਜਿਹੜਾ ਹਿਰਦਾ ਸੀ ਕੁਝ ਸ਼ੰਕੇ ਦੇ ਸਹਿਤ ਹੋਇਆ ਕਿ ਇਤਨਾ ਭਖਦਾ ਹੋਇਆ, ਮਗਦਾ ਹੋਇਆ, ਤਾਂਬੇ ਵਾਂਗੂ ਲਾਲ ਹੋਇਆ ਥੰਮ ਹੈ, ਜੇ ਮੈਂ ਨਾਲ ਲੱਗ ਜਾਵਾਂ ਤੇ ਕਿਧਰੇ ਸਾੜੀ ਨਾ ਜਾਵਾਂ। ਜਦੋਂ ਇਸ ਪ੍ਰਕਾਰ ਮਨ ਦੇ ਵਿੱਚ ਭਰਮ ਆਉਣ ਲੱਗਾ ਨਾ ਤੇ ਇਸ ਵੇਲੇ ਭਗਵਾਨ ਜੀ ਨੇ ਕੀੜੀ ਦਾ ਸਵਰੂਪ ਧਾਰਨ ਕਰਕੇ ਤੇ ਥੰਮ ਦੇ ਉੱਪਰ ਚੱਲਣ ਦੀ ਕਿਰਿਆ ਕੀਤੀ ਹੈ। ਭਗਤ ਜੀ ਕੀ ਦੇਖਣਾ ਕਰਦੇ ਨੇ, ਇੱਕ ਕੀੜੀ ਹੈ ਥੰਮ ਦੇ ਉੱਪਰ ਤੁਰੀ ਫਿਰਦੀ ਹੈ, ਚੱਕਰ ਕੱਢ ਰਹੀ ਹੈ। ਹਿਰਦੇ ਦਾ ਭਰਮ ਨਾਸ ਹੋ ਗਿਆ। ਮਨਾ ਕਿਹੜੀ ਗੱਲ ਤੋਂ ਭਰਮਦਾ ਹੈ, ਦੇਖ ਪ੍ਰਮਾਤਮਾ ਜੀ ਦੀ ਕਲਾ, ਇਹ ਤੇ ਥੰਮ ਦੇ ਉੱਪਰ ਕੀੜੀ ਨੂੰ ਨਹੀਂ ਸੜਨ ਦਿੰਦੇ ਤੇ ਤੈਨੂੰ ਕਿਵੇਂ ਸੜ ਲੈਣ ਦੇਣਗੇ।
ਇਹ ਪਰਮਾਤਮਾ ਜੀ ਨੇ ਕਲਾ ਵਰਤਾਈ ਹੈ, ਕੀੜੀ ਦਾ ਸਵਰੂਪ ਧਾਰਨ ਕਰਕੇ ਉੱਪਰ ਵਿਚਰਨਾ ਕੀਤਾ ਹੈ। ਨਹੀਂ ਤੇ ਇੰਨਾ ਲਾਲ ਮਗਦਾ ਹੋਇਆ ਅੰਗਿਆਰ ਵਰਗਾ ਥੰਮ ਤਾਂਬੇ ਵਾਂਗੂ ਲਾਲ ਹੋਇਆ ਹੈ, ਦੂਰੋਂ ਜਿਸ ਦੀਆਂ ਜੋ ਤਪਸ਼ਦੀਆਂ, ਜੋ ਕਿ ਲਾਟਾਂ ਨੇ ਅੱਗ ਦੀਆਂ, ਉਹਨਾਂ ਨਾਲੋਂ ਜ਼ਿਆਦਾ ਸੇਕ ਇਸ ਦਾ ਪੈਂਦਾ ਹੈ। ਇਤਨੀ ਤਪਸ਼ ਛੱਡ ਰਿਹਾ ਪਰ ਕੀੜੀ ਤੱਕ ਨੂੰ ਨਹੀਂ ਸਾੜਦਾ। ਇਹ ਤੇ ਮੇਰੇ ਪਰਮਾਤਮਾ ਜੀ ਦਾ ਕੌਤਕ ਹੈ। ਝੱਟ ਦੌੜ ਕਰਕੇ ਥੰਮ ਨੂੰ ਜੱਫੀ ਪਾ ਲਈ। ਪਤਾ ਸੀ ਪਰਮਾਤਮਾ ਜੀ ਕੀੜੀ ਦਾ ਰੂਪ ਧਾਰਨ ਕਰਕੇ ਮੈਨੂੰ ਹੀ ਸਿੱਖਿਆ ਦੇ ਰਹੇ ਨੇ, ਪ੍ਰਹਿਲਾਦ ਡੋਲ ਨਾ, ਦੇਖ ਜੇ ਕੀੜੀ ਨਹੀਂ ਸੜਦੀ ਤੇ ਤੈਨੂੰ ਵੀ ਨਹੀਂ ਸੜਨ ਦਿੰਦੇ। ਇਸ ਪ੍ਰਕਾਰ ਪਰਮਾਤਮਾ ਜੀ ਆਪ ਕੌਤਕ ਰਚ ਕਰਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਨੇ। ਤੇ ਸਾਧ ਸੰਗਤ ਜੀ, ਇੱਕ ਰਾਜੇ ਦੇ ਦਰਬਾਰ ਦੇ ਅੰਦਰ ਮਹਾਤਮਾ ਜੀ ਕਥਾ ਕਰਿਆ ਕਰਦੇ ਸਨ। ਤੇ ਮਹਾਤਮਾ ਜੀ ਨੇ ਜਿਸ ਵੇਲੇ ਇਸ ਪ੍ਰਕਾਰ ਪ੍ਰਹਿਲਾਦ ਜੀ ਦੀ ਇਤਿਆਦਿਕ ਭਗਤਾਂ ਦੀਆਂ ਸਾਖੀਆਂ ਸ਼ਰਵਣ ਕਰਾਈਆਂ ਨਾ, ਤੇ ਜਿਹੜਾ ਰਾਜੇ ਦਾ ਮਨ ਸੀ ਉਹ ਸ਼ੰਕਾ ਦੇ ਸਹਿਤ ਹੋ ਗਿਆ, ਸ਼ੰਕਿਤ ਹੋ ਗਿਆ। ਰਾਜਾ ਕਹਿਣ ਲੱਗਾ, ਮਹਾਤਮਾ ਜੀ ਮੈਂ ਪੂਰੀ ਪ੍ਰਿਥਵੀ ਦਾ ਰਾਜਾ ਵੀ ਨਹੀਂ, ਪੂਰੇ ਦੇਸ਼ ਦਾ ਰਾਜਾ ਵੀ ਨਹੀਂ, ਇੱਕ ਸੂਬੇ ਦਾ ਰਾਜਾ ਹਾਂ। ਅੱਜ ਕੱਲ ਮੁੱਖ ਮੰਤਰੀ ਕਹਿ ਲਈਏ ਕਿਸੇ ਸੂਬੇ ਦਾ। ਤੇ ਰਾਜਾ ਕਹਿਣ ਲੱਗਾ, ਮੇਰੇ ਦਰਬਾਰ ਦੇ ਵਿੱਚ ਕੋਈ ਪੁਕਾਰੂ ਆ ਜਾਵੇ, ਕੋਈ ਦੁਖੀਆ ਆ ਜਾਵੇ, ਕੋਈ ਪੁਕਾਰ ਲੈ ਕੇ ਆ ਜਾਵੇ, ਕੋਈ ਦਰਖਾਸਤ ਆ ਜਾਵੇ, ਮੁਕੱਦਮਾ ਆ ਜਾਵੇ, ਤੇ ਮੈਨੂੰ ਆਪ ਨਹੀਂ ਜਾਣਾ ਪੈਂਦਾ। ਮੈਂ ਆਪਣੇ ਅਹੁਦੇਦਾਰਾਂ ਨੂੰ, ਆਪਣੇ ਸਿਪਾਹੀਆਂ ਨੂੰ, ਕਰਮਚਾਰੀਆਂ ਨੂੰ, ਕੋਤਵਾਲ ਇਤਿਆਦਿਕ ਨੂੰ, ਦਰੋਗੇ ਨੂੰ ਭੇਜ ਦੇਣਾ। ਉਹ ਜਾ ਕਰਕੇ ਪੁਕਾਰ ਕਰਨ ਵਾਲਿਆਂ ਦੇ ਦੁੱਖ ਦੀ ਨਿਵਰਤੀ ਕਰ ਦਿੰਦੇ ਨੇ, ਮਸਲੇ ਦਾ ਹੱਲ ਲੱਭਦੇ ਨੇ। ਤੇ ਹਰੀ ਪਰਮਾਤਮਾ ਜੀ ਤਾਂ ਇੱਕ ਸੂਬੇ ਦੇ ਵੀ ਨਹੀਂ, ਇੱਕ ਦੇਸ਼ ਦੇ ਵੀ ਨਹੀਂ, ਇੱਕ ਪ੍ਰਿਥਵੀ ਮੰਡਲ ਦੇ ਵੀ ਨਹੀਂ, ਇੱਕ ਬ੍ਰਹਿਮੰਡ ਦੇ ਵੀ ਨਹੀਂ, ਕਰੋੜਾਂ ਹੀ ਬ੍ਰਹਿਮੰਡਾਂ ਦੇ ਰਾਜੇ ਨੇ। ਤੇ ਐਸੇ ਵੱਡੇ ਪਾਤਸ਼ਾਹ ਨੂੰ, ਜਿਹੜਾ ਨਾਮ ਜਪਣ ਵਾਲਾ, ਹੋ ਸਕਦਾ ਨੀਵੀਂ ਜਾਤ ਦਾ ਹੋਵੇ, ਹੋ ਸਕਦਾ ਅਤਿਅੰਤ ਗਰੀਬ ਵੀ ਹੋਵੇ, ਇੱਕ ਗਰੀਬੜੇ ਜੇ ਵਾਸਤੇ, ਇੱਕ ਨੀਵੀਂ ਜਾਤ ਵਾਲੇ ਭਗਤ ਵਾਸਤੇ ਆਪ ਚੱਲ ਕੇ ਆਉਣ ਦੀ ਕੀ ਲੋੜ ਹੈ? ਪਰਮਾਤਮਾ ਵੀ ਆਪਣੇ ਕਿਸੇ ਅਹੁਦੇਦਾਰ ਨੂੰ ਭੇਜ ਦਿੰਦਾ ਹੋਣਾ ਹੈ। ਮੈਂ ਛੋਟਾ ਜਿਹਾ ਰਾਜਾ, ਮੈਂ ਆਪ ਨਹੀਂ ਜਾਂਦਾ, ਤੇ ਪਰਮਾਤਮਾ ਜੀ ਤੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੇ, ਉਹਨਾਂ ਨੂੰ ਆਪ ਆਉਣ ਦੀ ਕੀ ਲੋੜ ਹੈ? ਇਸ ਗੱਲ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਜਾਂ ਤੇ ਇਸ ਨੂੰ ਪ੍ਰਮਾਣ ਦੇ ਕਰਕੇ ਸਿੱਧ ਕਰਨਾ ਕਰੋ। ਮਹਾਤਮਾ ਜੀ ਨੇ ਜਾਣ ਲੈਣਾ ਕੀਤਾ। ਰਾਜੇ ਦੇ ਮਨ ਦੇ ਅੰਦਰ ਰਾਜ ਮਦ ਬੋਲਦਾ ਹੈ, ਰਾਜ ਦਾ ਹੰਕਾਰ ਬੋਲਦਾ ਹੈ। ਮੈਂ ਰਾਜਾ ਹਾਂ, ਮੈਂ ਨਹੀਂ ਜਾਂਦਾ। ਇਸ ਦਾ ਤੇ ਹੰਕਾਰ ਬੋਲਦਾ, ਪਰ ਪਰਮਾਤਮਾ ਜੀ ਹੰਕਾਰੀ ਥੋੜੇ ਨੇ। ਦੇਖਣਾ ਕੀਤਾ ਦਲੀਲਾਂ ਦੇ ਨਾਲ, ਸਮਝੇਗਾ ਨਹੀਂ। ਇਸ ਨੂੰ ਪ੍ਰਤੱਖ ਕਰਕੇ ਦਿਖਾਉਣਾ ਪਵੇਗਾ। ਜਦੋਂ ਪ੍ਰਤੱਖ ਹੋ ਜਾਵੇ ਫਿਰ ਪ੍ਰਮਾਣ ਦੀ ਲੋੜ ਨਹੀਂ ਰਹਿੰਦੀ। ਕਹਿਣ ਲੱਗੇ, ਰਾਜਨ ਸਮਾਂ ਆਉਣ ਤੇ, ਵਕਤ ਆਉਣ ਤੇ ਤੈਨੂੰ ਤੇਰੇ ਇਸ ਸਵਾਲ ਦਾ ਜਵਾਬ ਦੇਵਾਂਗੇ। ਰਾਜਾ ਕਹਿੰਦਾ, ਜੀ 7 ਵਚਨ। ਤੇ ਮਹਾਤਮਾ ਜੀ ਨੇ ਫਿਰ ਆਪਣੇ ਸੇਵਾਦਾਰਾਂ ਨੂੰ ਸਮਝਾ ਦਿੱਤਾ। ਕੱਲ ਉਹਨੂੰ ਜਦੋਂ ਸਵੇਰ ਦੇ ਵੇਲੇ ਰਾਜਾ ਸੈਰ ਕਰਨ ਵਾਸਤੇ ਆਪਣੇ ਬਾਗ ਵਿੱਚ ਆਵੇ ਨਾ, ਤੇ ਬਾਗ ਦੇ ਵਿੱਚ ਜਿਹੜਾ ਤਾਲਾਬ ਹੈ, ਉਸ ਦੇ ਵਿੱਚ ਜਿਹੜਾ ਰਾਜੇ ਦੀ ਰਾਣੀ ਦੀ ਗੋਦ ਦੇ ਵਿੱਚ ਛੋਟਾ ਜਿਹਾ ਸ਼ਹਿਜ਼ਾਦਾ ਹੈ ਨਾ, ਇਸ ਦਾ ਬਾਲਕ ਹੈ, ਰਾਜਕੁਮਾਰ ਹੈ, ਉਸ ਰਾਜਕੁਮਾਰ ਦੇ ਆਕਾਰ ਦਾ ਇੱਕ ਪਲਾਸਟਿਕ ਦਾ ਬੁੱਤ ਲੈ ਕਰਕੇ ਆਉਣਾ, ਪੁਤਲਾ ਲੈ ਕਰਕੇ ਆਉਣਾ ਹੈ। ਤੇ ਜਿਸ ਤਰ੍ਹਾਂ ਦੇ ਵਸਤਰ ਸ਼ਹਿਜ਼ਾਦੇ ਨੂੰ ਪਹਿਨਾਏ ਜਾਂਦੇ ਨੇ, ਰਾਜਕੁਮਾਰ ਨੂੰ ਪਹਿਨਾਏ ਜਾਂਦੇ ਨੇ, ਉਦਾਂ ਦੇ ਵਸਤਰ, ਉਦਾਂ ਦੇ ਕੱਪੜੇ ਉਸ ਪੁਤਲੇ ਨੂੰ ਪਾ ਦੇਣੇ ਨੇ। ਤੇ ਜਦੋਂ ਰਾਜਾ ਬਾਗ ਦੇ ਵਿੱਚ ਆਵੇ, ਉਸ ਤਲਾਬ ਦੇ ਕਿਨਾਰੇ ਸੈਰ ਕਰੇ, ਤੇ ਬਾਲਕ ਦੇ ਪੁਤਲੇ ਨੂੰ ਉਸ ਤਲਾਬ ਦੇ ਵਿੱਚ ਤੁਸੀਂ ਸੁੱਟ ਦੇਣਾ, ਭੁਮਾ ਕੇ ਮਾਰਨਾ ਹੈ। ਤੇ ਉਸ ਸਾਧੂ ਦੇ ਸੇਵਾਦਾਰਾਂ ਨੇ ਕਹਿ ਦਿੱਤਾ, ਜੀ 7 ਵਚਨ ਮਹਾਤਮਾ ਜੀ, ਜਿਵੇਂ ਤੁਹਾਡਾ ਹੁਕਮ, ਜਿਵੇਂ ਤੁਹਾਡੀ ਆਗਿਆ। ਸ਼ਾਮ ਦੇ ਸਮੇਂ ਸਾਰੀ ਤਿਆਰੀ ਕਰ ਲਈ ਹੈ। ਅਗਲੇ ਦਿਨ ਰਾਜਾ ਬਾਗ ਵਿੱਚ ਸੈਰ ਕਰਨ ਵਾਸਤੇ ਆਇਆ ਹੈ। ਜਦੋਂ ਤਲਾਬ ਦੇ ਕੰਢੇ ਕੰਢੇ ਸੈਰ ਕਰ ਰਿਹਾ, ਤੇ ਮਹਾਤਮਾ ਜੀ ਦੇ ਚੇਲਿਆਂ ਨੇ ਜਾਣ ਬੁੱਝ ਕੇ ਰਾਜੇ ਦੇ ਅੱਗੇ ਇਦਾਂ ਦੀ ਕਿਰਿਆ ਕਰਕੇ ਲੰਘੇ ਕਿ ਉਸਦੇ ਸ਼ਹਿਜ਼ਾਦੇ ਨੂੰ ਖਿਡਾ ਰਹੇ ਨੇ ਤੇ ਚੁੱਕ ਕੇ ਲੈ ਜਾ ਰਹੇ ਨੇ। ਤੇ ਜਦੋਂ ਤਲਾਬ ਦੇ ਕੰਢੇ ਤੇ ਪਹੁੰਚੇ ਨੇ, ਤੇ ਚਲਾ ਕਰਕੇ ਭੁਆ ਕੇ ਤਲਾਬ ਦੇ ਵਿੱਚ ਸੁੱਟ ਦਿੱਤਾ ਹੈ। ਹੁਣ ਰਾਜੇ ਦਾ ਇੱਕੋ ਇੱਕ ਸ਼ਹਿਜ਼ਾਦਾ ਹੈ, ਵੱਡੀ ਉਮਰ ਦੇ ਵਿੱਚ ਜਾ ਕਰਕੇ ਪ੍ਰਾਪਤ ਹੋਇਆ, ਪਹਿਲੀ ਉਮਰ ਦੇ ਵਿੱਚ ਔਲਾਦ ਹੀ ਕੋਈ ਨਹੀਂ ਹੋਈ। ਜਦੋਂ ਵੇਖਿਆ ਕਿ ਮੇਰੇ ਪੁੱਤਰ ਨੂੰ ਭੁਲੇਖਾ ਪੈ ਗਿਆ ਨਾ, ਕਿ ਮੇਰੇ ਪੁੱਤਰ ਨੂੰ ਇਹਨਾਂ ਨੇ ਤਲਾਬ ਵਿੱਚ ਸੁੱਟ ਦਿੱਤਾ ਹੈ, ਪੁੱਤਰ ਡੁੱਬ ਕੇ ਮਰ ਨਾ ਜਾਵੇ, ਰਾਜੇ ਨੇ ਉਸੇ ਵੇਲੇ ਅੱਗਾ ਨਹੀਂ ਦੇਖਿਆ, ਪਿਛਾ ਨਹੀਂ ਦੇਖਿਆ, ਕਿਸੇ ਦੀ ਉਡੀਕ ਨਹੀਂ ਕੀਤੀ, ਝੱਟ ਤਲਾਬ ਦੇ ਵਿੱਚ ਛਾਲ ਮਾਰੀ। ਤੇ ਜਾ ਕਰਕੇ ਬਾਲਕ ਸਮਝ ਕਰਕੇ ਜਦੋਂ ਉਸ ਬੱਚੇ ਨੂੰ ਚੱਕਿਆ, ਤੇ ਦੇਖਣਾ ਕੀਤਾ ਪਲਾਸਟਿਕ ਦਾ ਪੁਤਲਾ ਹੈ, ਬੱਚਾ ਤੇ ਹੈ ਹੀ ਨਹੀਂ। ਰਾਜਾ ਇੱਕਦਮ ਦੇਖਦਾ, ਮੇਰੇ ਨਾਲ ਕੀ ਮਜ਼ਾਕ ਕੀਤਾ, ਮੇਰੇ ਨਾਲ ਐਸਾ ਉਪਹਾਸ, ਮੈਂ ਰਾਜਾ ਹਾਂ, ਮੇਰੇ ਨਾਲ ਸਵੇਰੇ ਸਵੇਰੇ ਇਹਨਾਂ ਨੇ ਮਜ਼ਾਕ ਕਿਵੇਂ ਕਰ ਦਿੱਤਾ ਹੈ? ਕੋਈ ਭੇਦ ਹੈ, ਕੋਈ ਕਾਰਨ ਹੈ? ਇਤਨੇ ਸਮੇਂ ਨੂੰ ਮਹਾਤਮਾ ਜੀ ਆ ਗਏ।
ਤੇ ਜਦੋਂ ਰਾਜਾ ਤਲਾਬ ਦੇ ਵਿੱਚੋਂ ਬਾਹਰ ਆਇਆ ਤੇ ਕਹਿਣ ਲੱਗੇ, ਰਾਜਨ ਕੀ ਹੋਇਆ? ਇਹ ਤਾਂ ਇੱਕ ਨਿਕੰਮਾ ਜਿਹਾ ਪਲਾਸਟਿਕ ਦਾ ਪੁਤਲਾ ਸੀ। ਤੂੰ ਰਾਜ ਭਾਗ ਦਾ ਮਾਲਕ ਹੈ, ਖਜ਼ਾਨਿਆਂ ਦਾ ਮਾਲਕ ਹੈ, ਮਹਿਲਾਂ ਦਾ ਮਾਲਕ ਹੈ, ਤੈਨੂੰ ਪਲਾਸਟਿਕ ਦੇ ਪੁਤਲੇ ਦੇ ਨਾਲ ਐਸਾ ਕਿਹੜਾ ਮੋਹ ਹੋ ਗਿਆ? ਤੂੰ ਸ਼ਾਹੀ ਲਿਬਾਸ ਨਹੀਂ ਦੇਖਿਆ, ਆਪਣਾ ਵਕਤ ਨਹੀਂ ਵਿਚਾਰਿਆ, ਝੱਟ ਹੀ ਤਲਾਬ ਵਿੱਚ ਛਾਲ ਮਾਰੀ। ਕਹਿਣ ਲੱਗਾ, ਮਹਾਰਾਜ ਮੈਨੂੰ ਭੁਲੇਖਾ ਪੈ ਗਿਆ ਸੀ ਕਿ ਮੇਰਾ ਪੁੱਤ ਇਹਨਾਂ ਨੇ ਸੁੱਟ ਦਿੱਤਾ ਹੈ। ਮੈਂ ਪਲਾਸਟਿਕ ਦੇ ਪੁਤਲੇ ਤੋਂ ਕੀ ਲੈਣਾ? ਮੈਨੂੰ ਲੱਗਿਆ ਮੇਰਾ ਪੁੱਤ ਵਿਪਤਾ ਵਿੱਚ ਆ, ਮੇਰਾ ਪੁੱਤ ਕਿਧਰੇ ਪਾਣੀ 'ਚ ਡੁੱਬ ਕੇ ਮਰ ਨਾ ਜਾਵੇ। ਤੇ ਮਹਾਤਮਾ ਜੀ ਕਹਿਣ ਲੱਗੇ, ਜੇ ਤੇਰੇ ਪੁੱਤ ਨੂੰ ਵੀ ਸੁੱਟਿਆ ਹੁੰਦਾ ਤੇ ਤੈਨੂੰ ਛਾਲ ਮਾਰਨ ਦੀ ਕੀ ਲੋੜ ਸੀ? ਤੇਰੇ ਕੋਲ ਅਮੀਰ ਨੇ, ਵਜ਼ੀਰ ਨੇ, ਸੈਨਾਪਤੀ ਹੈ, ਅਹਿਲਕਾਰ ਨੇ, ਦਰੋਗੇ ਨੇ, ਕੋਤਵਾਲ ਨੇ, ਕਿੰਨੇ ਤੇਰੇ ਕੋਲ ਅਧਿਕਾਰੀ, ਕਿਸੇ ਨੂੰ ਹੁਕਮ ਦਿੰਦਾ ਕੱਢ ਲੈਂਦੇ ਤੇਰੇ ਪੁੱਤ ਨੂੰ, ਤੂੰ ਛਾਲ ਕਿਉਂ ਮਾਰੀ? ਸ਼ਰਮਿੰਦਾ ਹੋ ਗਿਆ, ਅੱਖਾਂ ਨੀਵੀਆਂ ਜਿਹੀਆਂ ਕਰ ਲੀਆਂ। ਕਹਿਣ ਲੱਗਾ, ਮਹਾਰਾਜ ਜੀ ਮੇਰਾ ਪੁੱਤ ਹੈ ਨਾ, ਤੇ ਆਪਣਿਆਂ ਦੇ ਨਾਲ ਇਤਨਾ ਮੋਹ ਹੋਇਆ ਕਰਦਾ, ਇਤਨਾ ਪਿਆਰ ਹੋਇਆ ਕਰਦਾ, ਇਤਨਾ ਸਮਾਂ ਨਹੀਂ ਹੁੰਦਾ ਕਿ ਕਿਸੇ ਨੂੰ ਆਵਾਜ਼ ਮਾਰੀਏ ਤੂੰ ਮੇਰੇ ਪੁੱਤ ਦੀ ਸਹਾਇਤਾ ਕਰ। ਹਿਰਦੇ 'ਚ ਪਿਆਰ ਨੇ ਉਛਾਲ ਹੀ ਐਥਾ ਖਾਦਾ, ਮੇਰਾ ਪੁੱਤ ਮਰ ਨਾ ਜਾਵੇ, ਮੇਰੇ ਪੁੱਤ ਨੂੰ ਨੁਕਸਾਨ ਨਾ ਹੋ ਜਾਵੇ, ਮੇਰੇ ਪੁੱਤ ਨੂੰ ਗੋਤੇ ਨਾ ਆ ਜਾਣ, ਮੈਂ ਦੂਸਰਿਆਂ ਨੂੰ ਉਡੀਕਦਾ ਰਵਾਂ, ਭਾਣਾ ਵਰਤ ਨਾ ਜਾਵੇ। ਇਸ ਕਰਕੇ ਮਨ 'ਚ ਖਿਆਲ ਤੱਕ ਵੀ ਨਹੀਂ ਆਇਆ ਆਪਣੀ ਬਾਦਸ਼ਾਹਤ ਦਾ, ਰਾਜਾ ਹੋਣ ਦਾ ਖਿਆਲ ਨਹੀਂ ਆਇਆ, ਸ਼ਾਹੀ ਪੌਸ਼ਾਕ ਦਾ, ਸ਼ਾਹੀ ਲਿਬਾਸ ਦਾ ਖਿਆਲ ਨਹੀਂ ਆਇਆ, ਪੁਤਲਾ ਪਲਾਸਟਿਕ ਦਾ ਹੈ ਜਾਂ ਸੱਚਮੁੱਚ ਮੇਰਾ ਪੁੱਤਰ ਹੈ ਇਹ ਵੀ ਖਿਆਲ ਨਹੀਂ ਆਇਆ। ਬਸ ਇੰਨਾ ਹੀ ਚੇਤਾ ਰਹਿ ਗਿਆ, ਮੇਰਾ ਪੁੱਤ ਮੁਸੀਬਤ ਵਿੱਚ ਹੈ ਤੇ ਮੈਂ ਦੌੜ ਕਰਕੇ ਛਾਲ ਮਾਰੀ। ਬਾਕੀ ਸਾਰੀ ਲੋਕ ਲਾਜ ਨੂੰ ਛੱਡ ਕਰਕੇ ਕਿਸੇ ਅਮੀਰ ਵਜ਼ੀਰ ਨੂੰ ਨਹੀਂ ਡੀਕਿਆ। ਤੇ ਮਹਾਤਮਾ ਜੀ ਨੇ ਕਹਿਣਾ ਕੀਤਾ, ਰਾਜਨ ਬਸ ਫਿਰ ਇਹੀ ਹੀ ਤੇਰੇ ਸਵਾਲ ਦਾ ਜਵਾਬ ਹੈ। ਕਹਿੰਦਾ, ਮਹਾਰਾਜ ਮੈਂ ਸਮਝਿਆ ਨਹੀਂ। ਤੇ ਮਹਾਤਮਾ ਜੀ ਕਹਿਣ ਲੱਗੇ, ਤੂੰ ਕਹਿੰਦਾ ਸੀ ਤੇਰੇ ਕੰਮ ਤੇਰੇ ਅਮੀਰ ਵਜ਼ੀਰ ਕਰਦੇ ਨੇ, ਕੋਤਵਾਲ ਕਰਦੇ ਨੇ, ਦਰੋਗੇ ਕਰਦੇ ਨੇ, ਪਰ ਦੇਖ ਲੈ ਜਦੋਂ ਤੇਰੇ ਪੁੱਤ ਤੇ ਵਿਪਤਾ ਬਣੀ ਤੈਨੂੰ ਕੋਈ ਕੋਤਵਾਲ ਦਰੋਗਾ ਚੇਤੇ ਨਹੀਂ ਆਇਆ। ਝੱਟ ਆਪ ਛਾਲ ਮਾਰੀਏ ਆਪਣੇ ਪੁੱਤ ਨੂੰ ਬਚਾ ਲਵਾਂ। ਇਵੇਂ ਪਰਮਾਤਮਾ ਜੀ ਦੇ ਦਰ ਤੇ ਚਰਨਾਂ ਤੇ ਝੁਕਣ ਵਾਲੇ 33 ਕਰੋੜ ਦੇਵਤੇ, 9 ਕਰੋੜ ਦੇਵੀਆਂ, 1.25 ਲੱਖ ਪੈਗੰਬਰ, 84 ਸਿੱਧ, 52 ਵੀਰ, 64 ਜੋਗਣੀਆਂ, 7 ਰਿਸ਼ੀ, 9 ਮੁਨੀ, ਇਸੇ ਪ੍ਰਕਾਰ 57 ਪਦਮ ਦੈਂਤ ਇਤਿਆਦਿਕ ਸਾਰੇ ਨੇ। ਬੇਅੰਤ ਸ਼ਹੀਦੀ ਰੂਹਾਂ ਬਰਕਤਾਂ ਕਮਾਈਆਂ ਵਾਲੇ ਮਹਾਤਮਾ ਨੇ। ਪਰ ਜਦੋਂ ਵਿਪਤਾ ਤਿਸ ਦੇ ਪਿਆਰੇ ਤੇ ਪੈਂਦੀ ਹੈ ਨਾ, ਤੇ ਪ੍ਰਮਾਤਮਾ ਜੀ ਸਾਰੀ ਲੋਕ ਲਾਜ ਛੱਡ ਕੇ ਦੂਸਰਿਆਂ ਅਧਿਕਾਰੀਆਂ, ਦੇਵੀ ਦੇਵਤਿਆਂ ਨੂੰ ਭੁੱਲ ਕੇ ਸਦਾ ਆਪ ਹੀ ਆਣ ਪ੍ਰਗਟ ਹੁੰਦੇ ਨੇ, ਆਪਣੇ ਪਿਆਰੇ ਦੀ ਆਪ ਸਹਾਇਤਾ ਕਰਾਂ। ਮੇਰਾ ਪਿਆਰਾ ਵਿਪਤਾ ਦੇ ਵਿੱਚ ਹੈ, ਕਿਧਰੇ ਕੋਈ ਨੁਕਸਾਨ ਨਾ ਹੋ ਜਾਵੇ, ਦੁੱਖ ਨਾ ਝੱਲਣਾ ਪੈ ਜਾਵੇ। ਇਸ ਪ੍ਰਕਾਰ ਜਹ ਜਹ ਕਾਜ ਕਿਰਤ ਸੇਵਕ ਕੀ, ਤਹਾ ਤਹਾ ਉੱਠ ਧਾਵੈ। ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਉੱਠ ਕੇ ਦੌੜਦੇ ਨੇ। ਐਸਾ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਨੇ, ਪਿਆਰ ਨੂੰ ਜਨਾਵਣਾ ਕਰਦੇ ਨੇ, ਦੂਸਰਿਆਂ ਤੇ ਆਰਸ਼ਿਤ ਨਹੀਂ ਰਹਿੰਦੇ ਕਿ ਕਿਸੇ ਨੂੰ ਭੇਜ ਕੇ ਸਹਾਇਤਾ ਕਰੀਏ। ਵਾਹਿਗੁਰੂ ਜੀ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹੋਣ ਦੇ ਬਾਵਜੂਦ ਆਪਣੇ ਪਿਆਰਿਆਂ ਦੀ ਸਹਾਇਤਾ ਵਾਸਤੇ ਆਪ ਪੁੱਜ ਜਾਂਦੇ ਨੇ। ਇਸ ਪ੍ਰਕਾਰ ਉਸ ਮਹਾਤਮਾ ਜੀ ਨੇ ਰਾਜੇ ਦੀ ਭਰਮ ਦੀ ਨਿਵਰਤੀ ਕੀਤੀ ਤੇ ਪ੍ਰਗਟ ਕਰਨਾ ਕੀਤਾ, ਪ੍ਰਮਾਤਮਾ ਜੀ ਐਵੇਂ ਸਹਾਇਤਾ ਕਰਦੇ ਨੇ ਪਿਆਰਿਆਂ ਦੀ ਜਿਵੇਂ ਬਾਪ ਆਪਣੇ ਪੁੱਤਰ ਦੀ ਸਹਾਇਤਾ ਕਰਦਾ ਹੈ। ਜਿਵੇਂ ਮਾਤਾ ਆਪਣੇ ਪੁੱਤਰ ਦੀ ਸਹਾਇਤਾ ਕਰਦੀ ਹੈ, ਇਵੇਂ ਮਾਤਾ ਪਿਤਾ ਦੀ ਨਿਆਈ ਹੋ ਕਰਕੇ ਵਾਹਿਗੁਰੂ ਜੀ ਸਹਾਇਤਾ ਕਰਦੇ ਹਨ ਜੀ। ਇਸੇ ਹੀ ਪ੍ਰਕਾਰ ਆਪਣੇ ਸੇਵਕ ਕੋ ਆਪ ਸਹਾਈ, ਆਪਣੇ ਸੇਵਕ ਦੀ ਸਹਾਇਤਾ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਆਪ ਹੀ ਕਰਦੇ ਨੇ। ਨਿਰਗੁਣ ਸਰੂਪ ਦੇ ਵਿੱਚ ਵੀ ਹੋਣ ਤੇ ਕੀੜੀ ਦਾ ਰੂਪ ਧਾਰਨ ਕਰਕੇ, ਨਰਸਿੰਘ ਦਾ ਰੂਪ ਧਾਰਨ ਕਰਕੇ ਆਣ ਪ੍ਰਗਟ ਹੁੰਦੇ ਨੇ। ਤੇ ਜਦੋਂ ਸਰਗੁਣ ਸਵਰੂਪ ਧਾਰਨ ਕਰਕੇ ਆਉਂਦੇ ਨੇ, ਆਪਣੇ ਸੇਵਕ ਕੋ ਆਪ ਸਹਾਈ। ਭਾਈ ਜੋਗਾ ਸਿੰਘ ਜੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੇਸਵਾ ਦਾ ਸਰੂਪ ਦੇਖ ਕਰਕੇ ਜੇਕਰ ਲੁਭਾਇਮਾਨ ਹੁੰਦੇ ਨੇ, ਤੇ ਕਲਗੀਧਰ ਸਾਹਿਬ ਜੀ ਦੇ ਕੋਲ ਕੋਈ ਸਿੱਖਾਂ ਸੇਵਕਾਂ ਦੀ ਗਿਣਤੀ ਘੱਟ ਥੋੜੀ ਹੈ। ਵੱਡੇ ਵੱਡੇ ਜਰਨੈਲ, ਯੋਧੇ, ਸੂਰਬੀਰ, ਲੱਖਾਂ ਦੇ ਨਾਲ ਲੜਨ ਵਾਲੇ, ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਹਿੱਕੜਾ ਕੇ ਰੋਕ ਲੈਣ ਵਾਲੇ ਸੂਰਮੇ ਕਲਗੀਧਰ ਸਾਹਿਬ ਜੀ ਦੇ ਕੋਲ ਨੇ। ਪਰ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ, ਬਚਨ ਕੀਤਾ, ਤੂੰ ਸਾਡੇ ਜੋਗਾ, ਅਸੀਂ ਤੇਰੇ ਜੋਗੇ। ਇੰਨੇ ਸਿੱਖ ਹੁੰਦਿਆਂ ਕਿਸੇ ਹੋਰ ਨੂੰ ਨਹੀਂ ਭੇਜਿਆ। ਆਪਣੇ ਸੇਵਕ ਕਉ ਆਪ ਸਹਾਈ। ਆਪਣੇ ਸੇਵਕ ਦੀ ਸਹਾਇਤਾ ਕਰਨ ਵਾਸਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜਾ ਪੁੱਜੇ ਨੇ। ਤੇ ਭਾਈ ਜੋਗਾ ਸਿੰਘ ਜੀ ਨੂੰ ਪਤਿਤ ਨਹੀਂ ਹੋਣ ਦਿੱਤਾ, ਨਰਕਗਾਮੀ ਨਹੀਂ ਹੋਣ ਦਿੱਤਾ, ਮੰਦਕਰਮੀ ਨਹੀਂ ਹੋਣ ਦਿੱਤਾ। ਆਪਣਾ ਪਿਆਰਾ ਜਾਣ ਕਰਕੇ
ਆਪਣਾ ਸੇਵਕ ਜਾਣ ਕਰਕੇ ਆਪਣੇ ਸੇਵਕ ਦੀ ਆਪ ਹੀ ਪੈਜ ਰੱਖ ਲੈਣਾ ਕੀਤੀ ਹੈ। ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਪਰਮ ਪਿਤਾ ਪ੍ਰਮਾਤਮਾ ਜੀ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਇਵੇਂ ਪਾਲਦੇ ਨੇ। ਬਾਪ ਜਿਵੇਂ ਪਿਤਾ ਆਪਣੇ ਬੱਚੇ ਦੀ ਪ੍ਰਤ ਪਾਲਣਾ ਕਰਦਾ ਹੈ। ਚੰਗੇ ਚੰਗੇ ਪਦਾਰਥ, ਚੰਗੇ ਚੰਗੇ ਖਿਡੌਣੇ, ਚੰਗੇ ਚੰਗੇ ਕੱਪੜੇ ਤੇ ਖਾਣ ਪੀਣ ਦੀਆਂ ਚੀਜ਼ਾਂ ਲਿਆ ਕਰਕੇ ਦਿੰਦਾ, ਜੀ ਮੇਰਾ ਪੁੱਤ ਖਾਏਗਾ। ਕਿਰਸਾਨ ਦੇ ਪਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਨਾ ਕਿ ਜਿਹੜਾ ਕਿਰਸਾਨ ਹੈ ਬੜਾ ਉਦਮ ਕਰਕੇ ਹਲ ਜੋਤਦਾ ਹੈ ਤੇ ਖੇਤੀਬਾੜੀ ਕਰਦਾ ਤੇ ਮਨੋਰਥ ਕੀ ਹੁੰਦਾ, ਮੇਰਾ ਪੁੱਤ ਧੀ ਖਾਏ। ਇਸ ਦੋ ਵਿੱਚੋਂ ਜਿਹੜਾ ਅੰਨ ਉਪਜੇਗਾ ਮੇਰੇ ਪੁੱਤਰ ਖਾਣਗੇ, ਮੇਰੀਆਂ ਧੀਆਂ ਖਾਣਗੀਆਂ। ਇਸੇ ਪ੍ਰਕਾਰ ਜਿਵੇਂ ਬਾਪ ਆਪਣੇ ਬੱਚੇ ਵਾਸਤੇ ਮੁਸ਼ੱਕਤ ਕਰਦਾ ਹੈ, ਹਰੀ ਪਰਮਾਤਮਾ ਜੀ ਆਪਣੇ ਸੇਵਕਾਂ ਰੂਪ, ਭਗਤਾਂ ਰੂਪ ਬੱਚਿਆਂ ਨੂੰ ਸਤ, ਸੰਤੋਖ, ਧੀਰਜ, ਗਿਆਨ, ਧਰਮ, ਇਸੇ ਪ੍ਰਕਾਰ ਸਮ, ਦਮ ਇਤਿਆਦਿਕ ਪਦਾਰਥ, ਸ਼ੁਭ ਗੁਣਾ ਦੀ ਦੌਲਤ, ਖਜ਼ਾਨਾ ਹੀ ਬਖਸ਼ ਦੇਣਾ ਕਰਦੇ ਨੇ। ਪ੍ਰੇਮਾ ਭਗਤੀ, ਬੰਦਗੀ ਇਤਿਆਦਿਕ ਬਖਸ਼ ਕਰਕੇ ਗਰੀਬ ਨਿਵਾਜ ਸਾਹਿਬ ਜੀ ਵੱਡੀ ਭਾਰੀ ਕਿਰਪਾਲਤਾ ਕਰਦੇ ਨੇ। ਤੇ ਜਿਵੇਂ ਮਾਤਾ ਆਪਣੇ ਬੱਚੇ ਨੂੰ ਚੰਗੇ ਚੰਗੇ ਪਦਾਰਥ ਛਕਾਵਣਾ ਕਰਦੀ ਏ, ਆਪਣੇ ਸਰੀਰ ਚੋਂ ਪਵਿੱਤਰ ਦੁੱਧ ਨੂੰ ਛਕਾ ਕਰਕੇ ਬੱਚੇ ਦੀ ਪ੍ਰਤ ਪਾਲਣਾ ਕਰਦੀ ਹੈ ਨਾ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪੀ ਦੁੱਧ ਆਪਣੇ ਗੁਰਸਿੱਖ ਨੂੰ ਪਿਲਾ ਕਰਕੇ ਪਾਪਾ ਵਿਕਾਰਾਂ ਤੋਂ ਰੱਖ ਲੈਣਾ ਕਰਦੇ ਨੇ। ਜਿਸ ਬਾਲਕ ਨੇ ਮਾਤਾ ਦਾ ਦੁੱਧ ਜ਼ਿਆਦਾ ਛਕਿਆ ਹੁੰਦਾ ਹੈ, ਸਰੀਰ ਕਰਕੇ ਤਕੜਾ ਹੋ ਜਾਂਦਾ ਹੈ, ਉਸ ਨੂੰ ਬਿਮਾਰੀਆਂ ਇਤਿਆਦਿਕ ਨਹੀਂ ਲੱਗਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪੀ ਦੁੱਧ ਐਸਾ ਗੁਰਸਿੱਖਾਂ ਨੂੰ ਪਿਲਾਵਣਾ ਕਰਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਬਿਮਾਰੀਆਂ ਹੀ ਨਹੀਂ ਲੱਗਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਵੇਂ ਪ੍ਰਤ ਪਾਲਣਾ ਕਰਦੇ ਨੇ ਜਿਵੇਂ ਮਾਤਾ ਘਰ ਦੇ ਵਿੱਚ ਹੋਵੇ, ਘਰ ਦੇ ਅਨੇਕ ਪ੍ਰਕਾਰ ਦੇ ਵਿਵਹਾਰ ਕਰ ਰਹੀ ਹੁੰਦੀ ਹੈ, ਸਫਾਈ ਕਰਨੀ, ਬਰਤਨ ਮਾਂਜਣੇ, ਇਸੇ ਪ੍ਰਕਾਰ ਭੋਜਨ ਇਤਿਆਦਿਕ ਪਕਾਉਣਾ, ਪਰ ਉਸ ਦਾ ਜਿਹੜਾ ਖਿਆਲ ਹੁੰਦਾ ਆਪਣੇ ਬੱਚੇ ਦੇ ਵਿੱਚ ਹੀ ਹੁੰਦਾ ਹੈ। ਤੇ ਬੱਚਾ ਜਰਾ ਜਿੰਨੀ ਕਰਵਟ ਲਏ, ਜਰਾ ਜਿੰਨੀ ਆਵਾਜ਼ ਕਰੇ ਨਾ, ਤੇ ਮਾਤਾ ਦੌੜ ਕਰਕੇ ਬੱਚੇ ਕੋਲ ਪਹੁੰਚ ਜਾਂਦੀ, ਸਾਰੇ ਕਾਰਜ ਵਿੱਚ ਹੀ ਛੱਡ ਦਿੰਦੀ ਹੈ। ਇਸੇ ਪ੍ਰਕਾਰ ਪਰਮ ਪਿਤਾ ਪਰਮਾਤਮਾ ਜੀ ਸ੍ਰਿਸ਼ਟੀ ਨੂੰ ਪੈਦਾ ਕਰਨਾ, ਪ੍ਰਤ ਪਾਲਣਾ ਕਰਨਾ, ਲੈਤਾ ਕਰਨੇ ਦੇ ਬੇਅੰਤ ਕਾਰਜ ਦੇਖ ਰਹੇ ਨੇ। ਪਰ ਜਦੋਂ ਪਰਮਾਤਮਾ ਜੀ ਦੇ ਪਿਆਰੇ ਪੁਕਾਰ ਕਰਦੇ ਨੇ, ਪਰਮਾਤਮਾ ਜੀ ਸਾਡੀ ਰਖਵਾਲੀ ਕਰੋ, ਤੇ ਪਰਮਾਤਮਾ ਜੀ ਮਾਤਾ ਦੀ ਨਿਆਈ ਸਾਰੇ ਕਾਰਜਾਂ ਨੂੰ ਛੱਡ ਕਰਕੇ ਦੌੜ ਕੇ ਆਪਣੇ ਪਿਆਰੇ ਦੇ ਕੋਲ ਪਹੁੰਚਦੇ ਨੇ। ਤੇ ਜੇ ਕੋਈ ਸ਼ੰਕਾ ਕਰੇ ਜੀ ਮਾਤਾ ਜਦੋਂ ਕਾਰਜ ਛੱਡ ਕਰਕੇ ਬੱਚੇ ਦੇ ਕੋਲ ਆਉਂਦੀ ਹੈ ਤੇ ਕਾਰਜ ਰੁਕ ਜਾਂਦੇ ਨੇ, ਕੀ ਪਰਮਾਤਮਾ ਜੀ ਦੇ ਕਾਰਜ ਵੀ ਰੁਕਦੇ ਨੇ? ਨਹੀਂ ਜੀ, ਪਰਮਾਤਮਾ ਜੀ ਦੇ ਕਾਰਜ ਨਹੀਂ ਰੁਕਦੇ, ਕਿਉਂਕਿ ਪਰਮਾਤਮਾ ਜੀ ਸਰਬੱਗ ਨੇ, ਸਮਰੱਥ ਨੇ। ਉਧਰ ਤਾਂ ਕਾਰਜ ਸੁਤੇ ਸਿੱਧ ਆਪਣੀ ਬ੍ਰਹਮ ਸ਼ਕਤੀ ਦੇ ਨਾਲ ਕਰਦੇ ਹੀ ਨੇ, ਪਰ ਆਪਣੇ ਪਿਆਰਿਆਂ ਵਾਸਤੇ ਆ ਕਰਕੇ ਪ੍ਰਗਟ ਹੁੰਦੇ ਨੇ। ਇਵੇਂ ਪ੍ਰਤ ਪਾਲਣਾ ਕਰਦੇ ਨੇ ਜਿਵੇਂ ਮਾਤਾ ਤੇ ਪਿਤਾ ਆਪਣੇ ਬੱਚੇ ਨੂੰ ਪਾਲਦੇ ਨੇ। ਜਿਹੜਾ ਗੋਦੀ ਦਾ ਬਾਲਕ ਹੁੰਦਾ ਉਸ ਨੂੰ ਆਪਣੇ ਖਾਣ ਪੀਣ ਇਤਿਆਦਿਕ ਦੀ ਕੋਈ ਚਿੰਤਾ ਨਹੀਂ। ਜਦੋਂ ਵੀ ਲੋੜ ਹੈ ਜ਼ਰਾ ਜਿੰਨੀ ਆਵਾਜ਼ ਕਰਨੀ ਹੈ, ਮਾਤਾ ਨੇ ਆ ਕਰਕੇ ਭੋਜਨ ਛਕਾਉਣੇ ਨੇ, ਦੁੱਧ ਪਿਲਾਵਣਾ ਹੈ। ਇਸੇ ਪ੍ਰਕਾਰ ਜਿਹੜੇ ਪ੍ਰਮਾਤਮਾ ਜੀ ਦੇ ਅਤਿਅੰਤ ਪਿਆਰ ਵਾਲੇ ਸਨੇਹੀ ਭਗਤ ਨੇ ਨਾ, ਹਰ ਵੇਲੇ ਨਾਮ ਨੂੰ ਹੀ ਜਪਣਾ ਕਰਦੇ ਨੇ ਤੇ ਗੋਦੀ ਦੇ ਬਾਲਕ ਵਾਂਗੂ ਪ੍ਰਮਾਤਮਾ ਜੀ ਤਿੰਨਾਂ ਨੂੰ ਪਾਲਣਾ ਕਰਦੇ ਨੇ। ਖਾਣ ਪੀਣ ਪਹਿਰਾਨ ਦੀ ਚਿੰਤਾ ਆਪ ਕਰਦੇ ਨੇ। ਕੋਈ ਮਹਾਤਮਾ ਸੀ, ਹਿਰਦੇ ਦੇ ਵਿੱਚ ਵਿਚਾਰ ਆਇਆ ਕਿ ਅਸੀਂ ਬਚਪਨ ਤੋਂ ਸੁਣਦੇ ਆਏ ਆ, ਆਪਣੇ ਉਸਤਾਦ ਜੀ ਤੋਂ, ਵਿਦਿਆ ਗੁਰੂ ਤੋਂ ਵੀ ਸਰਵਣ ਕਰਨਾ ਕੀਤਾ ਹੈ, ਮਹਾਤਮਾ ਦੇ ਉਪਦੇਸ਼ ਵੀ ਸਰਵਣ ਕੀਤੇ ਕਿ ਪ੍ਰਮਾਤਮਾ ਜੀ ਹੀ ਸਭਨਾਂ ਦੀ ਪ੍ਰਤ ਪਾਲਣਾ ਕਰਦੇ ਨੇ। ਤੇ ਜੇਕਰ ਅਸੀਂ ਛਕਣਾ ਹੀ ਨਾ ਕਰੀਏ, ਮੁੱਖ ਵਿੱਚ ਬੁਰਕੀ ਪਾਉਣਾ ਹੀ ਨਾ ਕਰੀਏ, ਤੇ ਪ੍ਰਮਾਤਮਾ ਜੀ ਤਾਂ ਵੀ ਪ੍ਰਤ ਪਾਲਣਾ ਕਰ ਸਕਦੇ ਨੇ। ਐਵੇਂ ਸੰਕਲਪ ਕਰ ਲਿਆ ਤੇ ਫਿਰ ਵਿਚਾਰ ਕੀਤੀ, ਹੁਣ ਅਸੀਂ ਨਗਰ ਦੇ ਵਿੱਚ ਡਾਲੀ ਲੈਣ ਨਹੀਂ ਜਾਣਾ, ਗਜਾ ਕਰਨ, ਪ੍ਰਸ਼ਾਦਾ ਪਾਣੀ ਕਿਸੇ ਤੋਂ ਮੰਗਣ ਨਹੀਂ ਜਾਣਾ, ਤੇ ਬੈਠ ਕੇ ਹੀ ਤਪੱਸਿਆ ਕਰਨੀ ਹੈ। ਦੇਖਦੇ ਆ ਪ੍ਰਮਾਤਮਾ ਜੀ ਸਾਡੀ ਪ੍ਰਤ ਪਾਲਣਾ ਕਰਦੇ ਨੇ। ਤੇ ਜਦੋਂ ਚੌਂਕੜਾ ਮਾਰ ਕੇ ਬੈਠ ਗਏ, ਇੱਕ ਦਿਨ ਸਾਰਾ ਲੰਘ ਗਿਆ, ਭੋਜਨ ਨਹੀਂ ਛਕਿਆ। ਹੁਣ ਹਿਰਦੇ ਦੇ ਵਿੱਚ ਵਿਚਾਰ ਹੈ, ਜੇ ਪ੍ਰਮਾਤਮਾ ਜੀ ਪ੍ਰਤ ਪਾਲਣਾ ਕਰਦੇ ਨੇ ਤੇ ਆਪੇ ਸਾਡੀ ਪ੍ਰਤ ਪਾਲਣਾ ਕਰਨਗੇ। ਦੂਸਰਾ ਦਿਨ ਵੀ ਲੰਘ ਗਿਆ, ਤੀਸਰਾ ਦਿਨ ਵੀ ਲੰਘ ਗਿਆ, ਤੇ ਨਗਰ ਵਾਲਿਆਂ ਨੇ ਦੇਖਣਾ ਕੀਤਾ ਮਹਾਤਮਾ ਸੰਤੋਖੀ ਬੜੇ ਨੇ, ਉਤਨਾ ਕੀ ਪ੍ਰਸ਼ਾਦਾ ਡਾਲੀ ਕਰਕੇ ਲੈ ਜਾਂਦੇ ਸਨ ਜਿਤਨਾ ਕਿ ਛਕਣਾ, ਤੇ ਜਾਂ ਕੋਈ ਸੇਵਾਦਾਰ ਆ ਜਾਵੇ ਉਸ ਨੂੰ ਛਕਾਉਣ ਵਾਸਤੇ। ਕਦੇ ਇਹਨਾਂ ਨੇ ਲੋਭ ਲਾਲਚ ਨਹੀਂ ਕੀਤਾ, ਲਾਲਚ ਤੇ ਇਹਨਾਂ ਨੂੰ ਅਸੀਂ ਕਰਦਿਆਂ ਤੱਕਿਆ ਹੀ ਨਹੀਂ। ਤੇ ਐਸੇ ਮਹਾਤਮਾ ਚੌਂਕੜਾ ਲਾ ਬੈਠੇ ਨੇ, ਭੁੱਖੇ ਪਿਆਸੇ ਬੈਠੇ ਨੇ, ਨਗਰ ਵਿੱਚ ਨਹੀਂ ਆਉਂਦੇ, ਤੇ ਸਾਡਾ ਫਰਜ਼ ਬਣਦਾ ਜਾ ਕਰਕੇ ਸੇਵਾ ਕਰਨਾ ਕਰੀਏ। ਕਿਸੇ ਪ੍ਰੇਮੀ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਜੀ ਨੇ ਸੰਕਲਪ ਐਸਾ ਕੀਤਾ, ਪ੍ਰਸ਼ਾਦਾ
ਤਿਆਰ ਕਰਕੇ ਥਾਲ ਸਜਾ ਕਰਕੇ ਲੈ ਗਿਆ। ਜਾ ਕੇ ਬੇਨਤੀਆਂ ਕਰਦਾ, ਮਹਾਤਮਾ ਜੀ ਛਕ ਲਓ, ਮਹਾਤਮਾ ਜੀ ਕਿਰਪਾ ਕਰਕੇ ਛਕ ਲਓ। ਮਹਾਤਮਾ ਜੀ ਚੁੱਪ ਨੇ, ਬੋਲਦੇ ਹੀ ਨਹੀਂ। ਸੰਕਲਪ ਇਹ ਹੈ, ਪਰਮਾਤਮਾ ਜੀ ਮੁੱਖ ਵਿੱਚ ਪਾਉਂਦੇ ਨੇ, ਪ੍ਰਤ ਪਾਲਣਾ ਕਰਦੇ ਨੇ, ਜਿਵੇਂ ਮਾਤਾ ਬੱਚੇ ਦੇ ਮੁੱਖ ਦੇ ਵਿੱਚ ਦੁੱਧ ਪਾਉਂਦੀ ਹੈ। ਇਸ ਪ੍ਰਕਾਰ ਚੁੱਪ ਨੇ, ਮਹਾਤਮਾ ਜੀ ਨਹੀਂ ਬੋਲਦੇ। ਜਗਿਆਸੂ ਨੇ ਫਿਰ ਬੇਨਤੀ ਕੀਤੀ, ਮਹਾਤਮਾ ਜੀ ਕਿਰਪਾ ਕਰੋ, ਮੇਰੀ ਭਾਵਨਾ ਹੀ ਪੂਰੀ ਕਰ ਦਿਓ। ਜੇਕਰ ਤੁਹਾਡਾ ਸੰਕਲਪ ਵੀ ਨਹੀਂ ਹੈ ਛਕਣ ਦਾ, ਮੇਰੀ ਭਾਵਨਾ ਪੂਰੀ ਕਰਨ ਵਾਸਤੇ ਹੀ ਛਕ ਲਓ। ਤਾਂ ਵੀ ਨਹੀਂ ਛਕਦੇ। ਫਿਰ ਹੱਥ ਦੇ ਨਾਲ ਬੁਰਕੀ ਤੋੜੀ ਤੇ ਮਹਾਤਮਾ ਜੀ ਦੇ ਮੁੱਖ ਵਿੱਚ ਪਾਉਣ ਲੱਗਾ। ਮਹਾਤਮਾ ਜੀ, ਆਪ ਜੀ ਦੇ ਨਾਲ ਮੇਰਾ ਪਿਆਰ ਹੈ, ਤੁਹਾਡਾ ਸਤਸੰਗੀ ਹੈ, ਮੇਰੀ ਭਾਵਨਾ ਪੂਰੀ ਕਰਨ ਵਾਸਤੇ ਚਾਹੇ ਗੁਰਾਹੀ ਛਕ ਲਓ, ਪਰ ਛਕ ਲਓ। ਜਦੋਂ ਮੁੱਖ ਦੇ ਵਿੱਚ ਬੁਰਕੀ ਪਾਉਣ ਲੱਗੇ ਤੇ ਮਹਾਤਮਾ ਜੀ ਖਿੜ ਖਿੜ ਕੇ ਹੱਸ ਪਏ ਤੇ ਕਹਿਣ ਲੱਗੇ, ਪ੍ਰਮਾਤਮਾ ਜੀ ਧੰਨ ਹੋ ਤੁਸੀਂ, ਜਿਵੇਂ ਗੋਦੀ ਦੇ ਬਾਲਕ ਦੇ ਮੁੱਖ ਦੇ ਵਿੱਚ ਮਾਤਾ ਗੁਰਾਹੀਆਂ ਪਾਉਂਦੀ ਏ, ਇਵੇਂ ਆਪਣੇ ਪਿਆਰਿਆਂ ਦੇ ਮੁੱਖ ਵਿੱਚ ਗੁਰਾਹੀਆਂ ਵੀ ਤੁਸੀਂ ਪਾ ਦਿੰਦੇ ਹੋ, ਨਿਰਯਤਨੀ ਪ੍ਰਤ ਪਾਲਣਾ ਕਰਨਾ ਕਰਦੇ ਹੋ। ਐਸਾ ਪ੍ਰਮਾਤਮਾ ਜੀ ਦਾ ਬਿਰਦ ਹੈ, ਗੋਦੀ ਦੇ ਬਾਲਕ ਵਾਂਗੂ ਪਿਆਰ ਕਰਕੇ ਰੱਖਦੇ ਨੇ, ਨਿਤਾ ਪ੍ਰਤੀ ਪ੍ਰਤ ਪਾਲਣਾ ਕਰਦੇ ਨੇ, ਨਿਤ ਪ੍ਰਤ ਨਿਤਾ ਪ੍ਰਤੀ ਹਰ ਰੋਜ਼ ਪ੍ਰਤ ਪਾਲਣਾ ਕਰਦੇ ਨੇ। ਪਾਰੈ, ਇੱਥੇ ਪਾਰੈ ਦਾ ਅਰਥ ਹੈ ਪਾਲੈ। ਰਾਰਾ, ਲੱਲਾ ਤੇ ੜਾੜਾ ਸਵਰਣੀ ਅੱਖਰ ਹੁੰਦੇ ਨੇ ਤੇ ਇੱਕ ਦੂਜੇ ਦੇ ਸਥਾਨ ਤੇ ਇਸਤੇਮਾਲ ਕੀਤੇ ਜਾਂਦੇ ਨੇ। ਇੱਥੇ ਲੱਲੇ ਦੀ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਰਾ ਸ਼ਬਦ ਵਰਤਿਆ ਹੈ। ਸੋ ਅੱਗੇ ਵੀ ਸ਼ਬਦਾਂ ਦੇ ਵਿੱਚ ਇਸ ਪ੍ਰਕਾਰ ਆਵੇਗਾ, ਇਤਿਹਾਸ ਦੇ ਵਿੱਚ ਵੀ ਆਉਂਦੇ ਨੇ। ਸੋ ਬਲ ਦੀ ਜਗ੍ਹਾ ਤੇ ਬਰ ਲਿਖਿਆ ਜਾਂਦਾ ਹੈ, ਲੱਲੇ ਦੀ ਜਗ੍ਹਾ ਰਾਰਾ ਵਰਤਿਆ ਜਾਂਦਾ। ਇੱਥੇ ਪਾਲਾ ਦੀ ਜਗ੍ਹਾ ਤੇ ਪਾਰੈ, ਪ੍ਰਤ ਪਾਲਣਾ ਕਰਦੇ ਹੋ, ਨਿਤਾ ਪ੍ਰਤੀ ਆਪਣੇ ਪਿਆਰਿਆਂ ਦੀ। ਬਾਪ ਜੈਸੇ ਮਾਈ, ਜੈਸੇ ਪਿਤਾ ਪ੍ਰਤ ਪਾਲਣਾ ਕਰਦਾ ਹੈ, ਚੰਗੇ ਚੰਗੇ ਪਦਾਰਥ ਲਿਆ ਕੇ ਦਿੰਦਾ ਹੈ, ਜਿਵੇਂ ਮਾਈ ਮਾਤਾ ਪ੍ਰਤ ਪਾਲਣਾ ਕਰਦੀ ਹੈ, ਦੁੱਧ ਛਕਾਉਂਦੀ ਹੈ, ਚੰਗੇ ਚੰਗੇ ਪਦਾਰਥ ਬਣਾ ਕਰਕੇ ਬੱਚੇ ਦੇ ਮੁੱਖ ਵਿੱਚ ਗਰਾਹੀਆਂ ਪਾਉਂਦੀ ਹੈ ਨਾ, ਪਰਮਾਤਮਾ ਜੀ ਇਸ ਪ੍ਰਕਾਰ ਸਿੱਖੋ ਆਪਣੇ ਪਿਆਰਿਆਂ ਦੀ, ਭਗਤਾਂ ਦੀ, ਸੰਤਾਂ ਦੀ ਪ੍ਰਤ ਪਾਲਣਾ ਕਰਨਾ ਕਰਦੇ ਹਨ ਜੀ। ਰੱਬ ਕੀ ਸ਼ਰਨ ਉਬਰੈ ਸਭ ਕੋਏ। हे ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਤਨੇ ਕ ਵਾਹਿਗੁਰੂ ਜੀ ਦੇ ਪਿਆਰੇ ਭਗਤ ਨੇ, ਸਵਾਸ ਸਵਾਸ ਜਪਣ ਵਾਲੇ, ਰੋਮ ਰੋਮ ਜਪਣ ਵਾਲੇ, ਪਰਮਾਤਮਾ ਜੀ ਉਹਨਾਂ ਦੀ ਹੀ ਪ੍ਰਤ ਪਾਲਣਾ ਕਰਦੇ ਹੋਣਗੇ, ਉਹਨੇ ਕੀ ਤਰਦੇ ਹੋਣਗੇ, ਜਾਂ ਸਾਰੇ ਹੀ ਤਰ ਜਾਂਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਪ੍ਰਭ ਕੀ ਸਰਨ ਉਬਰੈ। ਜਿਹੜਾ ਜਿਹੜਾ ਵੀ ਕੋਈ ਪ੍ਰਭੂ ਪਰਮਾਤਮਾ ਜੀ ਦੇ ਨਾਮ ਰੂਪੀ ਚਰਨਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹ ਸਾਰੇ ਉਬਰੈ ਤਰ ਜਾਂਦੇ ਨੇ। ਉਬਰੈ ਸਭ ਕੋਏ, ਸਾਰੇ ਹੀ ਤਰ ਜਾਂਦੇ ਨੇ। ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਭਿਖਾਰੀ ਹੋਵੇ, ਧਨਾੜ ਹੋਵੇ ਜਾਂ ਕੰਗਾਲ ਹੋਵੇ, ਇਸੇ ਪ੍ਰਕਾਰ ਕੋਈ ਗੋਰਾ ਹੋਵੇ ਜਾਂ ਕਾਲਾ ਹੋਵੇ, ਲੰਬਾ ਹੋਵੇ, ਮਧਰਾ ਹੋਵੇ, ਇੱਥੇ ਸਰੀਰਾਂ ਆਕਾਰਾਂ ਦੀ ਗੱਲ ਨਹੀਂ। ਜਿਹੜਾ ਵੀ ਸ਼ਰਨ ਦੇ ਵਿੱਚ ਪੈ ਗਿਆ ਉਸਨੇ ਤਰ ਹੀ ਜਾਣਾ ਹੈ। ਪਾਣੀ ਦਾ ਸੁਭਾਅ ਹੁੰਦਾ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ ਨਾ, ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜਾ। ਜਿਹੜਾ ਪਾਣੀ ਹੈ ਲੱਕੜ ਨੂੰ ਡੋਬਦਾ ਨਹੀਂ, ਪਾਣੀ ਨੂੰ ਲਾਜ ਹੁੰਦੀ ਹੈ, ਲੱਜਾ ਹੁੰਦੀ ਹੈ। ਇਸ ਨੂੰ ਮੈਂ ਪਾਲਿਆ, ਆਪੇ ਹੀ ਪਾਲ ਕੇ ਤੇ ਹੁਣ ਆਪੇ ਕਿਵੇਂ ਡੋਬ ਦੇਵਾਂ। ਜਿਵੇਂ ਪਾਣੀ ਨੂੰ ਲੱਕੜ ਦੇ ਦਰਖਤ ਦੇ ਪਾਲਣ ਦੀ ਲੱਜਾ ਤੇ ਉਸ ਨੂੰ ਡੋਬਦਾ ਨਹੀਂ, ਇਸੇ ਪ੍ਰਕਾਰ ਪ੍ਰਮਾਤਮਾ ਜੀ ਨੂੰ ਸ਼ਰਨ ਪਿਆਂ ਦੀ ਲੱਜਾ ਹੈ। ਇਹ ਤੇ ਮੇਰੀ ਸ਼ਰਨ ਵਿੱਚ ਆ ਕੇ ਪੈ ਗਿਆ, ਹੁਣ ਇਸ ਨੂੰ ਕਿਵੇਂ ਡੁੱਬਣ ਦੇਵਾਂ। ਜਿਵੇਂ ਪਾਣੀ ਲੱਕੜ ਨੂੰ ਉਤਾਰ ਦਿੰਦਾ ਨਾ, ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪ੍ਰਮਾਤਮਾ ਜੀ ਉਹਨਾਂ ਸਾਰਿਆਂ ਨੂੰ ਉਤਾਰ ਦਿੰਦੇ ਨੇ ਜਿੰਨੇ ਚੱਲ ਕਰਕੇ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਨਾਮ ਰੂਪੀ ਪੱਲਾ ਪਕੜ ਲੈਣਾ ਕਰਦੇ ਨੇ। ਪ੍ਰਭ ਕੀ ਸਰਨ ਉਬਰੈ ਸਭ ਕੋਏ। ਜੇ ਕੁਬਜਾ ਸ਼ਰਨ ਵਿੱਚ ਪੈ ਗਈ ਤੇ ਕੁਬ ਨਿਕਲ ਗਿਆ। ਇਸੇ ਪ੍ਰਕਾਰ ਜੇ ਅਜਾਮਲ ਸ਼ਰਨ ਵਿੱਚ ਪੈਂਦਾ ਤੇ ਸਾਰੇ ਗੁਨਾਹ ਬਖਸ਼ੇ ਜਾਂਦੇ ਨੇ। ਪਾਪੀ ਹੋਵੇ, ਪੁੰਨੀ ਹੋਵੇ, ਵਿਕਾਰੀ ਹੋਵੇ, ਵਿਭਚਾਰੀ ਹੋਵੇ, ਪਰ ਉਪਕਾਰੀ ਹੋਵੇ, ਜੈਸਾ ਵੀ ਹੋਵੇ, ਜਿਹੜਾ ਸ਼ਰਨ ਵਿੱਚ ਪੈ ਗਿਆ ਉਹ ਸਾਰੇ ਹੀ ਤਰ ਜਾਂਦੇ ਨੇ। ਹਰੀ ਪਰਮਾਤਮਾ ਜੀ ਵਾਹਿਗੁਰੂ ਜੀ ਸਭਨਾ ਦਾ ਹੀ ਉਧਾਰ ਕਰ ਦਿੰਦੇ ਹਨ ਜੀ। ਕਰਨ ਕਰਾਵਨ ਪੂਰਨ ਸੱਚ ਸੋਏ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇ ਪਾਸੋਂ ਨੇਕ ਕਾਰਜ ਅਤੇ ਉਹਨਾਂ ਦੇ ਮੰਦ ਕਰਮਾਂ ਦੇ ਅਨੁਸਾਰ, ਪਰਾਲਬਦ ਦੇ ਅਨੁਸਾਰ ਬੁਰੇ ਕਰਮ ਵੀ ਕਰਾਉਣ ਵਾਲੇ ਨੇ। ਕਰਨ ਕਰਾਵਨ ਹਾਰ ਸੁਆਮੀ ਪ੍ਰਮਾਤਮਾ ਜੀ ਆਪ ਨੇ। ਇਸੇ ਪ੍ਰਕਾਰ ਕਰਨ ਕਰਾਵਨ ਪੂਰਨ ਸੱਚ ਸੋਈ। ਉਹ ਜੋ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ, ਕਿਣਕੇ ਕਿਣਕੇ ਦੇ ਅੰਦਰ ਪਰਿਪੂਰਨ ਹੋ ਰਿਹਾ ਹੈ।
ਤੇ ਜਿਹੜੇ ਸ਼ਰਨ ਦੇ ਵਿੱਚ ਆ ਕਰਕੇ ਪੈ ਜਾਂਦੇ ਨੇ ਕਰਨ ਕਰਾਵਨ, ਪਰਮਾਤਮਾ ਜੀ ਉਹਨਾਂ ਦੇ ਪਾਸੋਂ ਭਗਤੀ ਰੂਪੀ ਕਾਰਜ ਨੂੰ ਕਰਵਾਉਣ ਵਾਲੇ ਵੀ ਕਾਰਨ ਸਰੂਪ ਆਪ ਨੇ। ਜਿਹੜੇ ਸ਼ਰਨ ਵਿੱਚ ਆ ਕਰਕੇ ਪੈ ਜਾਂਦੇ ਨੇ, ਬੰਦਗੀ ਰੂਪੀ ਭਗਤੀ ਰੂਪੀ ਸਿਰ ਸੱਚੀ ਕਿਰਤ ਉਹਨਾਂ ਤੋਂ ਆਪ ਕਰਵਾ ਲੈਂਦੇ ਨੇ। ਤੇ ਕਾਰਨ ਸਰੂਪ ਪਰਮਾਤਮਾ ਜੀ ਜਦੋਂ ਆਪਣੇ ਪਿਆਰਿਆਂ ਤੋਂ ਕਰਾਵਨ ਭਗਤੀ ਕਰਵਾ ਲੈਂਦੇ ਨੇ, ਫਿਰ ਉਹ ਪੂਰਨ ਸੱਚ ਸੋਈ ਮੁਕੰਮਲ ਰੂਪ ਦੇ ਵਿੱਚ ਸੱਚ ਸਰੂਪ ਪਰਮੇਸ਼ਰ ਦੀ ਸੋਈ ਸੋਭਾ ਕਰਕੇ ਪੂਰਨ ਸੱਚ ਮੁਕੰਮਲ ਰੂਪ ਦੇ ਵਿੱਚ ਪੂਰਨ ਰੂਪ ਦੇ ਵਿੱਚ ਸੱਚ ਸਰੂਪ ਪਰਮਾਤਮਾ ਦਾ ਸੋਈ ਉਹ ਸਰੂਪ ਹੀ ਹੋ ਜਾਂਦੇ ਨੇ। ਸ਼ਰਨ ਵਿੱਚ ਪੈ ਕਰਕੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਨਿਸ਼ਚਾ ਰੱਖ ਕਰਕੇ ਕਲਗੀਧਰ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਜਗੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਦੂਸਰੇ ਤੇ ਨਿਸ਼ਚਾ ਕਦੇ ਲਿਆਉਂਦੇ ਨਹੀਂ ਤੇ ਵਾਹਿਗੁਰੂ ਜੀ ਤੇ ਭਰੋਸਾ ਕਦੇ ਡਲਾਉਂਦੇ ਨਹੀਂ। ਸਦਾ ਰਾਤ ਦਿਨ ਬੰਦਗੀ ਕਰਨਾ ਕਰਦੇ ਨੇ। 8 ਪਹਿਰ ਇੱਕ ਤੈ ਲਿਵੈ ਮੰਨੇ ਨੇ ਹੁਕਮ ਅਪਾਰ। ਉਹ ਪੂਰਨ ਰੂਪ ਦੇ ਵਿੱਚ ਸੱਚ ਸਰੂਪ ਪਰਮੇਸ਼ਰ ਦਾ ਹੀ ਸਵਰੂਪ ਹੋ ਜਾਂਦੇ ਨੇ। ਹਰਿ ਕਾ ਸੇਵਕ ਹਰਿ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਭਾਈ ਕਿਸੇ ਪ੍ਰਕਾਰ ਦਾ ਭੇਦ ਨਾ ਜਾਣੋ, ਵਾਹਿਗੁਰੂ ਨਿਰੰਕਾਰ ਜੀ ਦਾ ਹੀ ਸਰੂਪ ਹੋ ਆਉਂਦੇ ਹਨ। ਉਹ ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਹਨ ਜੀ। ਅਬ ਮਨ ਬਸਿਆ ਕਰਨੈ ਹਾਰਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਪ੍ਰਮਾਤਮਾ ਜੀ ਦੇ ਪਿਆਰੇ ਨੇ, ਉਹਨਾਂ ਦਾ ਵਿਰੋਧ ਕਰਨ ਵਾਲੇ ਵੀ ਬਹੁਤ ਦੇਖੇ ਜਾਂਦੇ ਨੇ। ਉਹਨਾਂ ਨੂੰ ਦੁੱਖ ਪਹੁੰਚਾਉਣ ਵਾਲੇ, ਉਹਨਾਂ ਨੂੰ ਕਸ਼ਟ ਦੇਣ ਵਾਲੇ ਬਹੁਤ ਦੇਖੇ ਜਾਂਦੇ ਨੇ। ਤੇ ਸਾਹਿਬ ਜੀ ਕੀ ਭਗਤ ਜਨਾਂ ਨੂੰ ਆਪਣੇ ਵਿਰੋਧੀਆਂ ਤੋਂ, ਆਪਣੇ ਨਿੰਦਿਆ ਤੋਂ ਕਿਸੇ ਪ੍ਰਕਾਰ ਦਾ ਭੈ ਨਹੀਂ ਆਉਂਦਾ, ਡਰ ਨਹੀਂ ਆਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਿਰਦੇ ਵਿੱਚ ਆ ਵਸਦੇ ਨੇ, ਫਿਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੈ। ਜਗਿਆਸਾ ਵੱਧ ਗਈ। ਸੱਚੇ ਪਾਤਸ਼ਾਹ ਸੁਲਹੀ ਖਾਨ ਵਰਗੇ, ਸੁਲੱਭੀ ਖਾਨ ਵਰਗੇ ਵੱਡੇ ਵੱਡੇ ਤਜਰਬੇਕਾਰ ਲੜਾਕੇ ਜਰਨੈਲ ਚੜ੍ਹ ਕਰਕੇ ਆਏ। ਤੇ ਆਪ ਜੀ ਦੇ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਜਾਂ ਆਪ ਜੀ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਵਿਚਾਰ ਨਹੀਂ ਆਈ ਕਿ ਅਸੀਂ ਇਹਨਾਂ ਨੂੰ ਕਿਸ ਪ੍ਰਕਾਰ ਰੋਕੀਏ। ਮਹਾਰਾਜ ਪਰਮਾਤਮਾ ਜੀ ਦੇ ਆਸਰੇ ਹੀ ਬੈਠੇ ਰਹੇ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਅਬ ਮਨ ਬਸਿਆ ਕਰਨਾ ਹਾਰਾ। ਹੁਣ ਜਦੋਂ ਸਾਡੇ ਹਿਰਦੇ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਆ ਕਰਕੇ ਵਸੇ ਹਨ। ਭੈ ਬਿਨਸੇ ਆਤਮ ਸੁਖ ਸਾਰਾ। ਤੇ ਆਤਮ ਸੁਖ ਜਿਹੜਾ ਹੈ ਤੇ ਇਸ ਨੂੰ ਪ੍ਰਾਪਤ ਕਰਨਾ ਕੀਤਾ ਹੈ, ਜਿਹੜਾ ਸਾਰ ਸਿਧਾਂਤ ਸਰੂਪ ਹੈ, ਤਤ ਸਰੂਪ ਹੈ। ਤੇ ਜਦੋਂ ਆਤਮ ਸੁਖ ਪ੍ਰਾਪਤ ਕਰਕੇ ਸਾਰਾ ਸਰਬ ਸ੍ਰੇਸ਼ਟ ਪ੍ਰਮਾਤਮਾ ਜੀ ਦੀ ਪ੍ਰਾਪਤੀ ਵਾਲੇ ਹੋ ਗਏ ਨਾ, ਸਿੱਖੋ ਭੈ ਬਿਨਸੇ, ਸਾਡੇ ਸਾਰੇ ਹੀ ਡਰ ਭੈ ਜਿਹੜੇ ਨੇ ਉਹ ਨਾਸ਼ ਹੋ ਗਏ ਨੇ। ਕਿਸੇ ਪ੍ਰਕਾਰ ਦਾ ਡਰ ਨਹੀਂ ਰਿਹਾ। ਸੋ ਇਸੇ ਪ੍ਰਕਾਰ ਅਬ ਮਨ ਬਸਿਆ, ਅਬ ਮਨ ਬਸਿਆ ਕਰਨੈ ਹਾਰਾ। ਜਦੋਂ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ, ਭਾਈ ਸਾਲੋ ਜੀ, ਸਾਰਿਆਂ ਦੇ ਹਿਰਦਿਆਂ ਦੇ ਅੰਦਰ ਜਦੋਂ ਕਰਨੈ ਹਾਰਾ ਪਰਮੇਸ਼ਰ ਆਪ ਹੀ ਆ ਕਰਕੇ ਵਸਿਆ ਹੋਇਆ ਹੈ। ਭੈ ਬਿਨਸੇ ਆਤਮ ਸੁਖ ਸਾਰਾ। ਤੇ ਸੁਲਹੀ ਖਾਨ, ਸੁਲੱਭੀ ਖਾਨ ਦੇ ਸਭ ਦੇ ਭੈ ਬਿਨਸੇ ਡਰ ਹੀ ਹਿਰਦਿਆਂ ਵਿੱਚੋਂ ਨਿਕਲ ਗਏ, ਕਿਉਂਕਿ ਆਤਮ ਸੁਖ ਨੂੰ ਪ੍ਰਾਪਤ ਕਰਕੇ ਸਾਰਿਆਂ ਦੀ ਸਾਰ ਸੰਭਾਲ ਕਰਨੇ ਵਾਲਾ ਪਰਮਾਤਮਾ ਜੀ ਨੂੰ ਪ੍ਰਾਪਤ ਕਰ ਲਿਆ। ਤੇ ਪਰਮਾਤਮਾ ਜੀ ਨੂੰ ਪ੍ਰਾਪਤ ਕਰ ਲਿਆ, ਫਿਰ ਕਿਸੇ ਦਾ ਡਰ ਨਹੀਂ ਰਹਿੰਦਾ। ਇਸੇ ਪ੍ਰਕਾਰ ਅਬ ਮਨ ਬਸਿਆ ਕਰਨੈ ਹਾਰਾ। ਸਿੱਖੋ, ਅਬ ਹੁਣ ਤੁਸੀਂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਦੇ ਅੰਦਰ ਚਿਤਾਰਨਾ ਕਰੋ। ਹਿਰਦੇ ਦੇ ਪਿਆਰ ਦੇ ਨਾਲ ਬੰਦਗੀ ਕਰਨਾ ਕਰੋ। ਤੇ ਕਰਨੇ ਹਾਰ ਪਰਮੇਸ਼ਰ ਬਸ ਆ ਵਸ ਦੇ ਵਿੱਚ ਹੀ ਆ ਜਾਂਦਾ ਹੈ। ਜੋ ਪਰਮਾਤਮਾ ਜੀ ਨੇ ਨਾ ਆਪਣੇ ਭਗਤਾਂ ਦੇ ਵਸੀਕਾਰ ਹੋ ਜਾਂਦੇ ਨੇ। ਇਸ ਪ੍ਰਕਾਰ ਹਰੀ ਪਰਮਾਤਮਾ ਜੀ ਪਿਆਰ ਕਰਦੇ ਹਨ। ਭੈ ਬਿਨਸੇ ਆਤਮ ਸੁਖ ਸਾਰਾ। ਤੁਹਾਡੇ ਵੀ ਸਾਰੇ ਡਰ, ਲੋਕ ਪਰਲੋਕ ਦੇ ਡਰ ਇਤਿਆਦਿਕ, ਜੰਮਣ ਮਰਨ ਦੇ ਡਰ ਮਿਟ ਜਾਣਗੇ। ਜਮਾ ਦਾ ਭੈ ਮਿਟ ਜਾਵੇਗਾ, ਦੁਸ਼ਮਣਾਂ ਦਾ ਭੈ ਮਿਟ ਜਾਵੇਗਾ, ਵਿਰੋਧੀਆਂ ਦਾ ਡਰ ਮਿਟ ਜਾਵੇਗਾ, ਨਿੰਦਕਾਂ ਦਾ ਖੌਫ ਮਿਟ ਜਾਵੇਗਾ। ਆਤਮ ਸੁਖ ਪ੍ਰਾਪਤ ਕਰਕੇ ਸਭਨਾ ਦੀ ਸਾਰ ਸੰਭਾਲ ਕਰਨੇ ਵਾਲੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ। ਕਰ ਕਿਰਪਾ ਆਪਣੇ ਜਨ ਰਾਖੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੇ ਹੀ ਯੁੱਗਾਂ ਦੇ ਅੰਦਰ, ਸਾਰੇ ਹੀ ਸਮਿਆਂ ਦੇ ਅੰਦਰ ਆਪਣੇ ਜਨਾਂ ਦੇ ਉੱਪਰ
ਪਿਆਰਿਆਂ ਦੇ ਉੱਪਰ, ਨਾਮ ਰਸੀਆਂ ਦੇ ਉੱਪਰ ਕਿਰਪਾ ਕਰਕੇ ਸਾਰੇ ਹੀ ਦੁੱਖਾਂ ਦੇ ਵਿੱਚੋਂ, ਕਸ਼ਟਾਂ ਦੇ ਵਿੱਚੋਂ ਆਪ ਹੀ ਆਪਣੇ ਸੇਵਕਾਂ ਨੂੰ ਰੱਖ ਲੈਣਾ ਕੀਤਾ ਹੈ। ਜਨਮ ਜਨਮ ਕੇ ਕਿਲ ਵਿਖ ਲਾਥੇ, ਤੇ ਜਿਤਨੇ ਵੀ ਜਨਮ ਜਨਮਾਂਤਰਾਂ ਦੇ ਕਿਲਬਿਖ ਇਤਿਆਦਿਕ ਪਾਪ ਸਨ ਨਾ, ਉਹ ਵੀ ਵਾਹਿਗੁਰੂ ਜੀ ਦੀ ਨਜ਼ਰ ਦੇ ਨਾਲ ਹੀ ਲੱਥ ਗਏ, ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਲੱਥ ਗਏ, ਬਖਸ਼ਿਸ਼ ਕੀਤੇ ਹੋਏ ਸਿਮਰਨ, ਨਾਮ ਦੇ ਸਿਮਰਨ ਦੇ ਨਾਲ ਲੱਥ ਗਏ। ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਾਮ ਰੂਪੀ ਜਲ ਦੇ ਨਾਲ ਧੋ ਦੇਣਾ ਕੀਤੇ। ਜੇ ਖੋਟੇ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਨਾ, ਸਤਿਗੁਰ ਖੋਟੇ ਆਹੋ ਖਰੇ ਕਰੇ ਸ਼ਬਦ ਸਵਾਰਨ ਹਾਰ। ਜਿਸ ਪ੍ਰਕਾਰ ਸੁਨਾਰ ਦੇ ਕੋਲ ਸੋਨਾ ਚਲਿਆ ਜਾਵੇ ਤੇ ਉਸ ਦੇ ਵਿੱਚ ਮੈਲ ਹੋਵੇ ਨਾ, ਤੇ ਸੁਨਾਰ ਜਿਹੜਾ ਹੈ ਕੁਠਾਲੀ ਦੇ ਵਿੱਚ ਪਾ ਕਰਕੇ ਅੱਗ ਦਾ ਤਾਓ ਸੇਕ ਦੇ ਕਰਕੇ ਸੋਨੇ ਦੀ ਸਾਰੀ ਮੈਲ ਕੱਢ ਕਰਕੇ ਤੇ 12 ਵੰਨੀ ਦਾ ਸ਼ੁੱਧ ਸੋਨਾ ਬਣਾ ਦਿੰਦਾ ਹੈ। ਤੇ ਜਦੋਂ ਸੋਨਾ ਬਣ ਜਾਂਦਾ ਹੈ ਫਿਰ ਉਸ ਦਾ ਗਹਿਣਾ ਘਟਦਾ ਹੈ, ਉਹ ਜਾ ਕਰਕੇ ਕਿਸੇ ਦਾ ਸ਼ਿੰਗਾਰ ਬਣਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇਖਣਾ ਕਰਦੇ ਨੇ, ਇਹ ਪੁਰਾਣੀ ਸ਼ਰਨ ਦੇ ਵਿੱਚ ਤੇ ਆ ਗਿਆ ਹੈ, ਪਰ ਪਿਛਲੇ ਜਨਮਾਂ ਦੇ ਕਰਮਾਂ ਦੀ ਮੈਲ ਇਸ ਦੇ ਮਨ ਨੂੰ ਲੱਗੀ ਹੋਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤੀ ਰੂਪੀ ਅਗਨੀ ਦੇ ਨਾਲ ਬ੍ਰਹਮ ਗਿਆਨ ਦਾ ਸੇਕ ਤਾਓ ਦੇ ਕਰਕੇ ਨਾ, ਤੇ ਗਰੀਬ ਨਿਵਾਜ ਸਾਹਿਬ ਜੀ ਗੁਰਸਿੱਖ ਦੇ ਹਿਰਦੇ ਰੂਪੀ ਸੋਨੇ ਦੇ ਵਿੱਚੋਂ ਪਾਪਾਂ, ਵਿਕਾਰਾਂ, ਵਿਭਚਾਰਾਂ ਦੀ ਸਾਰੀ ਮੈਲ ਹੀ ਕੱਢ ਦਿੰਦੇ ਨੇ। ਤੇ ਜਦੋਂ 12 ਵੰਨੀ ਦੀ ਸੋਨੇ ਦੀ ਨਿਆਈ ਗੁਰਸਿੱਖ ਦਾ ਹਿਰਦਾ ਸ਼ੁੱਧ ਹੋ ਜਾਂਦਾ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਗਹਿਣਾ ਕੱਢ ਕੇ ਕਿਸੇ ਹੋਰ ਦਾ ਸ਼ਿੰਗਾਰ ਨਹੀਂ ਬਣਾਉਂਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੀ ਗੋਦੀ ਦਾ ਹੀ ਸ਼ਿੰਗਾਰ ਬਣਾ ਲੈਂਦੇ ਨੇ, ਆਪਣੀ ਗੋਦੀ ਦੇ ਵਿੱਚ ਹੀ ਭੇਦਤਾ ਬਖਸ਼ ਦਿੰਦੇ ਨੇ। ਸੋ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੋਟਿਆਂ ਨੂੰ ਵੀ ਖਰੇ ਕਰਕੇ ਆਪਣੇ ਸਰੂਪ ਰੂਪ ਦੇ ਵਿੱਚ ਮੇਲ ਲੈਣਾ ਕਰਦੇ ਨੇ। ਤੇ ਗਰੀਬ ਨਿਵਾਜ ਸਾਹਿਬ ਜੀ ਤਾਂ ਐਸੇ ਪਤਤ ਪਾਵਨ ਨੇ। ਭਾਈ ਸਾਲੋ ਜੀ ਦੀ ਸੇਵਾ ਦੇ ਉੱਪਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਨਾ, ਤੇ ਬਚਨ ਕਰ ਦੇਣਾ ਕੀਤੇ, ਰਾਮਦਾਸ ਗੁਰ ਮੁਖੋ ਉਚਾਰਾ, ਸਾਲੋ ਸਿੱਖ ਅਨਨ ਸਿੱਖ ਸਾਲੋ ਮਮ ਪਿਆਰਾ, ਜਹ ਗੁਰ ਸਿੱਖੀ ਕੇ ਕੋਤਵਾਲ, ਖੋਟੇ ਖਰੇ ਕੀ ਕਰੇ ਸੰਭਾਲ। ਤੇ ਬਚਨ ਕਰਨਾ ਕੀਤਾ, ਦਰਸ਼ਨ ਹਿਤ ਜੋ ਚੱਲ ਸਿੱਖ ਆਵੈ, ਦਰਸ਼ਨ ਹਿਤ ਭਾਈ ਸਾਲੋ ਜਾਵੈ। ਪਹਿਲਾਂ ਕੋਈ ਵੀ ਗੁਰਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਆਵੇ ਤੇ ਪਹਿਲਾਂ ਭਾਈ ਸਾਲੋ ਜੀ ਦੇ ਟੋਭੇ ਦਾ ਦਰਸ਼ਨ ਕਰੇ। ਸਫਲ ਯਾਤਰਾ ਸੋ ਸਿੱਖ ਪਾਵੈ, ਦਰਸ਼ਨ ਹਿਤ ਭਾਈ ਸਾਲੋ ਜਾਵੈ। ਜਿਸ ਭਾਈ ਸਾਲੋ ਜੀ ਨੇ ਪਾਥੀਆਂ ਦੇ ਬਦਲੇ ਪੁੱਤ ਵੰਡੇ ਸਨ, ਅੱਜ ਵੀ ਭਾਈ ਸਾਹਿਬ ਜੀ ਦਾ ਟੋਭਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਮੌਜੂਦ ਹੈ। ਤੇ ਬੇ ਔਲਾਦ ਜੋੜੇ ਅੱਜ ਵੀ ਉੱਥੇ ਪਾਥੀਆਂ ਲੈ ਕਰਕੇ ਜਾਂਦੇ, ਅਰਦਾਸ ਕਰਦੇ ਨੇ, 5 ਪੂਰਨਮਾਸੀਆਂ ਇਸ਼ਨਾਨ ਕਰਦੇ ਨੇ। ਤੇ ਭਾਈ ਸਾਲੋ ਜੀ ਦੇ ਦਰ ਤੋਂ ਗੁਰੂ ਕੇ ਖਜ਼ਾਨੇ ਵਿੱਚੋਂ ਅੱਜ ਵੀ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ। ਤੇ ਸਤਿਗੁਰੂ ਜੀ ਨੇ ਐਸੀ ਵੱਡੀ ਭਾਰੀ ਬਖਸ਼ਿਸ਼ ਕਰਨਾ ਕੀਤੀ ਏ ਕਿ ਸਤਿਗੁਰੂ ਜੀ ਤੇ ਆਪਣੇ ਖਜ਼ਾਨੇ ਦੇ ਵਿੱਚ ਖੋਟਿਆਂ ਨੂੰ ਖਰੇ ਕਰਕੇ ਪਾਉਂਦੇ ਨੇ। ਪਰ ਭਾਈ ਸਾਲੋ, ਤੈਨੂੰ ਇੰਨੀ ਸਮਰੱਥਾ ਬਖਸ਼ੀ, ਤੂੰ ਖੋਟਿਆਂ ਨੂੰ ਵੀ ਸਾਂਭ ਲਵੇਂਗਾ, ਖਰਿਆਂ ਨੂੰ ਤੇ ਸੰਭਾਲ ਹੀ ਲਵੇਂਗਾ। ਜੇ ਖੋਟੇ ਆ ਗਏ ਤੇ ਉਹਨਾਂ ਨੂੰ ਵੀ ਸਾਂਭ ਲਵੇਂਗਾ। ਖੋਟੇ ਖਰੇ ਕੀ ਕਰੈ ਸੰਭਾਲ। ਐਸਾ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਤਤ ਪਾਵਨ ਬਿਰਦ ਦੀ ਲਾਜ ਰੱਖਦੇ ਨੇ, ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਦੇ ਨੇ। ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਜਿਹੜਾ ਵੀ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਜੀ ਕਿਰਪਾਲਤਾ ਕਰਕੇ ਤਿੰਨਾਂ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਦੀ ਸਾਰੀ ਮੈਲ ਦੀ ਨਿਵਰਤੀ ਕਰਦੇ ਨੇ, ਪਾਪ ਗੁਨਾਹ ਬਖਸ਼ ਲੈਂਦੇ ਹਨ। कहन ना जाए प्रभ की वड्याई। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਐਸੇ ਪਰਮ ਪਿਤਾ ਪ੍ਰਮਾਤਮਾ ਜੀ ਦੀ ਕਿਤਨੀ ਕੁ ਵਡਿਆਈ ਹੈ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਸਿੱਖੋ ਵੱਡਿਆਂ ਸਤਿਗੁਰਾਂ ਦਾ ਉਪਦੇਸ਼ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਈ। ਪੂਰਨ ਵਡਿਆਈਆਂ ਤੇ ਕਹੀਆਂ ਹੀ ਨਹੀਂ ਜਾ ਸਕਦੀਆਂ। ਜਿਤਨੇ ਵੱਡੇ ਪ੍ਰਮਾਤਮਾ ਜੀ ਆਪ ਨੇ, ਉਤਨੀਆਂ ਵੱਡੀਆਂ ਵਡਿਆਈਆਂ ਨੇ। ਇਸ ਪ੍ਰਕਾਰ ਕਹਿਣ ਨਾ ਜਾਈ, ਪ੍ਰਮਾਤਮਾ ਜੀ ਦੀ ਪੂਰੀ ਵਡਿਆਈ, ਸਮਗਰ ਮਹਿਮਾ, ਸਾਰੀ ਵਡਿਆਈ ਕਹਿਣ ਵਿੱਚ ਨਹੀਂ ਆਉਂਦੀ ਹੈ। ਕੋਈ ਵੀ ਨਹੀਂ ਕਹਿ ਸਕਦਾ ਹੈ। ਸਾਰੀ ਧਰਤੀ ਦੇ ਕਾਗਜ਼ ਬਣਾ ਕਰਕੇ, ਹਵਾ ਨੂੰ ਲਿਖਾਰੀ ਲਾ ਕਰਕੇ 7 ਸਮੁੰਦਰਾਂ ਦੇ ਜਲ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਵਾਹਿਗੁਰੂ ਜੀ ਦਾ ਜਸ ਵਡਿਆਈ ਲਿਖਣ ਵਿੱਚ ਨਹੀਂ ਆਉਂਦੀ ਹੈ। ਕਬੀਰ 7 ਸਮੁੰਦਰ ਹੈ ਮਸ ਕਰੋ, ਮਸ ਨਾਮ ਸਿਆਹੀ ਦਾ ਹੈ। ਕਲਮ ਕਰੋ ਬਨ ਰਾਏ, ਸਾਰੀ ਬਨਾਸਪਤੀ ਦੀਆਂ ਕਲਮਾਂ ਹੀ ਬਣਾ ਲੈਣਾ ਕਰੀਏ। ਬਸ ਦਾ ਕਾਗਜ਼ ਜਾਓ ਕਰੋ, ਤੇ ਧਰਤੀ ਸਾਰੀ ਪ੍ਰਿਥਵੀ ਮੰਡਲ ਦੇ ਕਾਗਜ਼ ਬਣਾ ਲਈਏ। ਹਰ ਜਸ ਲਿਖਣ ਨਾ ਜਾਏ। ਵਾਹਿਗੁਰੂ ਜੀ ਦੀ ਵਡਿਆਈ ਤਾਂ ਵੀ ਲਿਖਣ ਵਿੱਚ ਨਹੀਂ ਆਉਂਦੀ ਹੈ।
ਇਤਨੀਆਂ ਵਡਿਆਈਆਂ ਦਾ ਮਹਿਮਾ ਦੇ ਮਾਲਕ ਹਨ ਹਰੀ ਪਰਮਾਤਮਾ ਵਾਹਿਗੁਰੂ ਜੀ। ਨਾਨਕ ਦਾਸ ਸਦਾ ਸਰਣਾਈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਅਸੀਂ ਦਾਸਾ ਭਾਵ ਨੂੰ ਧਾਰਨ ਕਰਕੇ ਸਦਾ ਹੀ ਐਸੇ ਹਰੀ ਪਰਮਾਤਮਾ ਜੀ ਦੀ ਸਰਨਾਈ ਸ਼ਰਨ ਦੇ ਵਿੱਚ ਪਏ ਰਹਿੰਦੇ ਹਾਂ। ਇਸੇ ਹੀ ਪ੍ਰਕਾਰ ਨਾਨਕ ਦਾਸ ਸਦਾ ਸਰਣਾਈ। ਹੇ ਸਿੱਖੋ, ਦਾਸਾ ਭਾਵ ਨੂੰ ਧਾਰਨ ਕਰਕੇ ਐਸੇ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਸ਼ਰਨ ਦੇ ਵਿੱਚ, ਸਤ ਸੰਗਤ ਰੂਪੀ ਸ਼ਰਨ ਦੇ ਵਿੱਚ ਸਦਾ ਹੀ ਪਏ ਰਹੋ। ਅਕਾਲ ਪੁਰਖ ਜੀ ਐਸੇ ਫਲ ਬਰ ਦਾਤੇ ਨੇ, ਭੁੱਲਾਂ ਨੂੰ, ਗੁਨਾਹਾਂ ਨੂੰ, ਪਾਪਾਂ ਨੂੰ, ਵਿਕਾਰਾਂ ਨੂੰ, ਵਿਭਿਚਾਰਾਂ ਨੂੰ, ਖੋਟੇਪਨ ਨੂੰ ਮੇਟ ਕਰਕੇ ਸ਼ੁੱਧ ਸਰੂਪ ਬਣਾ ਕਰਕੇ ਆਪਣੇ ਸਰੂਪ ਰੂਪ ਵਿੱਚ ਹੀ ਮੇਲ ਲੈਂਦੇ ਨੇ। ਜਿੱਥੇ ਜਿੱਥੇ ਸੇਵਕ ਨੂੰ ਜ਼ਰੂਰਤ ਬਣ ਆਵੇ, ਸਮਾਂ ਬਣ ਆਵੇ, ਭੀੜਾ ਬਣ ਆਵੇ, ਵਿਪਤਾ ਬਣ ਆਵੇ, ਆਪ ਸਹਾਇਤਾ ਵਾਸਤੇ ਪੁੱਜਦੇ ਨੇ। ਐਸੇ ਪ੍ਰਮਾਤਮਾ ਜੀ ਦੇ ਸੇਵਕ ਹੋ ਕਰਕੇ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਐਸਾ ਨਿਸ਼ਚਾ ਰੱਖੋ ਸਾਡੇ ਪਰਮ ਪਿਤਾ ਪਰਮਾਤਮਾ ਜੀ ਵੱਡੇ ਭਾਰੀ ਮਾਲਿਕ ਨੇ, ਸਰਬ ਕਲਾ ਸਮਰੱਥ ਨੇ, ਸਹਾਇਤਾ ਕਰਦੇ ਨੇ। ਚਾਕਰ ਬਣ ਕਰਕੇ, ਦਾਸ ਬਣ ਕਰਕੇ, ਦਾਸਾ ਭਾਵ ਨੂੰ ਧਾਰਨ ਕਰਕੇ ਸਦਾ ਹੀ ਸ਼ਰਨ ਦੇ ਵਿੱਚ ਪਏ ਰਹੋ। ਰਾਗ ਗੌੜੀ ਚੇਤੀ ਮਹੱਲਾ ਪੰਜਵਾ। ਸੋ ਪਹਿਲਾਂ ਜਿਹੜੇ ਸ਼ਬਦਾਂ ਦੀ ਵਿਚਾਰ ਪਿਛਲੇ ਦਿਨਾਂ ਤੋਂ ਤੇ ਅੱਜ ਸਰਵਣ ਕੀਤੀ ਹੈ, ਉਹ ਗੌੜੀ ਮਹੱਲਾ ਪੰਜਵਾ ਗੌੜੀ ਰਾਗ ਦੇ ਸਨ। ਪਰ ਜਿਹੜੀ ਗੁਰਬਾਣੀ ਇੱਥੋਂ ਅੱਗੇ ਗੁਰ ਸ਼ਬਦ ਪ੍ਰਾਰੰਭ ਹੋ ਰਹੇ ਨੇ, ਰਾਗ ਤੇ ਗੌੜੀ ਹੀ ਹੈ, ਪਰ ਇਸ ਰਾਗ ਦੀ ਜਿਹੜੀ ਜਾਤੀ ਹੈ ਉਹ ਚੇਤੀ ਜਾਤੀ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਚੇਤੀ ਜਾਤੀ ਵਾਲੇ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾਉਂਦੇ ਹਨ ਜੀ। ਦੋ ਪਦੇ ਇਥੋਂ ਜਿਹੜੇ ਸ਼ਬਦ ਪ੍ਰਾਰੰਭ ਹੋ ਰਹੇ ਨੇ ਉਹ ਦੋ ਪਦੇ, ਪਦੇ ਦਾ ਭਾਵ ਹੈ ਪੌੜੀਆਂ, ਦੋ ਦੋ ਪੌੜੀਆਂ ਵਾਲੇ ਸ਼ਬਦ ਪ੍ਰਾਰੰਭ ਹੋ ਰਹੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜ਼ੂਰ ਪਾਤਸ਼ਾਹ ਜੀ ਅਗਲੇ ਸ਼ਬਦ ਜੋ ਗੌੜੀ ਦੀ ਜਾਤੀ ਬਦਲੀ ਹੈ, ਜਾਤੀ ਬਦਲਨੇ ਕਰਕੇ ਨਵੇਂ ਸ਼ਬਦ ਦੀ ਪ੍ਰਾਰੰਭਤਾ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਕਿਉਂਕਿ ਦੁਨੀਆ ਦੇ ਉੱਪਰ ਜਿਵੇਂ ਦੋ ਪ੍ਰਕਾਰ ਦੇ ਮੁੱਖ ਰੂਪ ਵਿੱਚ ਲੋਕ ਹੁੰਦੇ ਨੇ, ਇੱਕ ਆਸਤਕ, ਇੱਕ ਨਾਸਤਕ। ਆਸਤਕ ਰੱਬ ਨੂੰ ਮੰਨਣ ਵਾਲੇ ਤੇ ਨਾਸਤਕ ਨਾ ਮੰਨਣ ਵਾਲੇ। ਇਸੇ ਪ੍ਰਕਾਰ ਆਸਤਕ ਅਤੇ ਨਾਸਤਕ ਲੋਕ ਆਪਣੀਆਂ ਆਪਣੀਆਂ ਲਿਖਤਾਂ ਲਿਖਦੇ ਨੇ, ਤੇ ਨਾਸਤਕਾਂ ਦੀਆਂ ਵੀ ਕਿਤਾਬਾਂ ਇਤਿਆਦਿਕ ਜਾਂ ਲੇਖ ਇਤਿਆਦਿਕ ਲਿਖੇ ਮਿਲਦੇ ਨੇ, ਤੇ ਆਸਤਕ ਮਤ ਵਾਲਿਆਂ ਦੇ ਵੱਡੇ ਭਾਰੀ ਗ੍ਰੰਥ ਮਿਲਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਤਕ ਮਤ ਹੈ। ਆਸਤਕ ਤੋਂ ਭਾਵ ਹੈ ਪ੍ਰਮਾਤਮਾ ਜੀ ਦੀ ਹੋਂਦ ਵਿੱਚ ਸ਼ਰਧਾ ਰੱਖਣੀ, ਪ੍ਰਮਾਤਮਾ ਜੀ ਨੂੰ ਮੁਕੰਮਲ ਰੂਪ ਦੇ ਵਿੱਚ ਸਰਬ ਕਲਾ ਸਮਰੱਥ ਮੰਨਣਾ। ਤੇ ਨਾਸਤਕ ਤੋਂ ਭਾਵ ਹੁੰਦਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ, ਕਹਿੰਦਾ ਰੱਬ ਹੈ ਹੀ ਨਹੀਂ। ਇਸ ਪ੍ਰਕਾਰ ਸਤਿਗੁਰੂ ਜੀ ਦਾ ਆਸਤਕ ਮਤ ਹੈ। ਤੇ ਆਸਤਕ ਮਤ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਪ੍ਰਾਰੰਭਤਾ ਵੇਲੇ ਵੀ ਪ੍ਰਮਾਤਮਾ ਜੀ ਨੂੰ ਯਾਦ ਕਰਨਾ, ਮੱਧ ਭਾਗ ਵਿੱਚ ਵੀ ਪ੍ਰਮਾਤਮਾ ਜੀ ਨੂੰ ਯਾਦ ਕਰਨਾ, ਤੇ ਫਿਰ ਭੋਗ ਤੇ ਸਮਾਪਤੀ ਤੇ ਵੀ ਪ੍ਰਮਾਤਮਾ ਜੀ ਦਾ ਧੰਨਵਾਦ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ੁਰੂਆਤ ਇੱਕ ਓੰਕਾਰ ਸਤਨਾਮ ਪ੍ਰਮਾਤਮਾ ਜੀ ਦੇ ਨਾਮ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੱਧ ਭਾਗ ਵਿੱਚ ਵੀ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਜੇ ਭੋਗ ਪੈਂਦਾ ਨਾਨਕ ਨਾਮ ਮਿਲਿਆ ਤਾ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਦੀ ਹੀ ਬਾਤ ਹੈ। ਇਸੇ ਪ੍ਰਕਾਰ ਜਦੋਂ ਨਵਾਂ ਰਾਗ ਜਾਂ ਰਾਗ ਦੀ ਕੋਈ ਨਵੀਂ ਜਾਤੀ ਪ੍ਰਾਰੰਭ ਹੁੰਦੀ ਹੈ ਤੇ ਆਸਤਕ ਮਤ ਹੋਣੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਤੇ ਗੁਰਦੇਵ ਜੀ ਫਰਮਾਵਣਾ ਕਰਦੇ ਨੇ ਇੱਕ ਓੰਕਾਰ। ਇਹ ਜੋ ਇੱਕ ਓੰਕਾਰ ਹੈ ਸਾਧ ਸੰਗਤ ਜੀ, ਤਿੰਨ ਭਾਸ਼ਾ ਇਸ ਦੇ ਵਿੱਚ ਇਸਤੇਮਾਲ ਹੋਈਆਂ ਨੇ। ਜਿਹੜਾ ਏਕਾ ਹੈ ਇਹ ਗਣਿਤ ਦਾ ਹੈ, ਮੈਥ ਦਾ ਹੈ। ਤੇ ਜਿਹੜਾ ਊੜੇ ਹੋੜਾ, ਉਹ ਊੜੇ ਦਾ ਮੂੰਹ ਖੁੱਲਾ ਛੱਡਣਾ, ਇਸ ਨੂੰ ਊੜੇ ਹੋੜਾ ਉਹ ਆਖਿਆ ਜਾਂਦਾ ਹੈ। ਸੰਸਕ੍ਰਿਤ ਦੇ ਵਿੱਚ ਲਿਖਿਆ ਜਾਂਦਾ ਹੈ ਓ, ਊੜੇ ਹੋੜਾ ਉੱਪਰ ਬਿੰਦੀ, ਸੰਸਕ੍ਰਿਤ ਦਾ ਓ, ਤੇ ਇਸ ਦਾ ਉਚਾਰਨ ਬਣਦਾ ਹੈ ਓੰ। ਤੇ ਅੱਗੇ ਜਿਹੜੀ ਲੰਬੀ ਲਕੀਰ ਹੈ, ਲਕੀਰ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਖਿਆ ਜਾਂਦਾ ਹੈ ਕਾਰ। ਜਿਵੇਂ ਲਕਸ਼ਮਣ ਜੀ ਨੇ ਸੀਤਾ ਜੀ ਨੂੰ ਬਾਹਰ ਆਉਣ ਤੋਂ ਰੋਕਿਆ ਤੇ ਲਕੀਰ ਵਾਹ ਦਿੱਤੀ ਸੀ, ਆਖਿਆ ਜਾਂਦਾ ਲਕਸ਼ਮਣ ਕਾਰ। ਗੁਰਬਾਣੀ ਦੇ ਅੰਦਰ ਬਚਨ ਨੇ ਦੇ ਕੇ ਚੌਕਾ ਕੱਢੀ ਕਾਰ। ਹੇ ਪੰਡਤ ਜੀ, ਬ੍ਰਾਹਮਣ ਜੀ,
ਗਾਂ ਦਾ ਗੋਬਰ ਫੇਰ ਕਰਕੇ ਤੁਸੀਂ ਚੌਂਕਾ ਬਣਾ ਲੈਂਦੇ ਹੋ, ਭਾਵ ਥਾਂ ਸੁੱਚਾ ਕਰਦੇ ਹੋ, ਤੇ ਕੱਢੀ ਕਾਰ ਉਸਦੇ 4 ਸਫੇਰੇ ਲੀਕ ਖਿੱਚਦੇ ਹੋ। ਇਸੇ ਪ੍ਰਕਾਰ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ। ਹੇ ਭਾਈ, ਰਾਮ ਜੀ ਦੇ ਨਾਮ ਦੀ ਕਾਰ ਹੈ ਸਾਡੇ 4 ਸਫੇਰੇ, ਭਾਵ ਲਕੀਰ ਹੈ। ਇਸ ਲਕੀਰ ਨੂੰ ਟੱਪ ਕਰਕੇ ਦੁੱਖ ਅੰਦਰ ਪ੍ਰਵੇਸ਼ ਹੁੰਦੇ ਹੀ ਨਹੀਂ, ਸਾਨੂੰ ਲੱਗਦੇ ਹੀ ਨਹੀਂ, ਲਾਗਾ ਨੇੜੇ ਵੀ ਨਹੀਂ ਆਉਂਦੇ ਹਨ। ਕਹਿਣ ਤੋਂ ਭਾਵ ਜੋ ਲੰਬੀ ਲਕੀਰ ਹੈ, ਪੰਜਾਬੀ ਭਾਸ਼ਾ ਅਥਵਾ ਗੁਰਮੁਖੀ ਭਾਸ਼ਾ ਵਿੱਚ ਆਖਿਆ ਜਾਂਦਾ ਹੈ ਕਾਰ, ਤੇ ਆਮ ਕਰਕੇ ਜਗਿਆਸੂ ਜਨ ਏਕੂਕਾਰ, ਏਕਮਕਾਰ, ਏਕਿਓਕਾਰ ਉਚਾਰਨ ਕਰਦੇ ਨੇ। ਸਾਧ ਸੰਗਤ ਜੀ, ਇਹ ਸ਼ੁੱਧ ਨਹੀਂ। ਇਸ ਦਾ ਸ਼ੁੱਧ ਉਚਾਰਨ 3 ਹਿੱਸਿਆਂ ਵਿੱਚ ਹੋਵੇਗਾ, ਕਿਉਂਕਿ 3 ਭਾਸ਼ਾ ਸੰਮਿਲਿਤ ਨੇ। ਪਹਿਲੀ ਭਾਸ਼ਾ ਏਕਾ ਗਣਿਤ ਦਾ, ਓ ਸੰਸਕ੍ਰਿਤ ਦਾ, ਤੇ ਉਚਾਰਨ ਓੰਗ। ਤੇ ਜਿਹੜੀ ਤੀਸਰੀ ਹੈ ਲਕੀਰ ਨੂੰ ਆਖਿਆ ਜਾਂਦਾ ਕਾਰ ਪੰਜਾਬੀ ਭਾਸ਼ਾ ਵਿੱਚ, ਜੋ ਸੰਕੇਤਕ ਭਾਸ਼ਾ ਹੈ, ਸੰਕੇਤ ਦੇਣਾ ਭਾਸ਼ਾ ਦਾ। ਜਿਵੇਂ ਆਪ ਜੀ ਗੁਰੂ ਘਰ ਦੇ ਵਿੱਚ ਲੰਗਰ ਹਾਲ ਜਾਣਾ ਹੋਵੇ, ਪ੍ਰਸ਼ਾਦਾ ਛਕਣਾ ਹੋਵੇ, ਤੇ ਬੋਰਡ ਲੱਗਾ ਹੁੰਦਾ ਗੁਰੂ ਕਾ ਲੰਗਰ ਇੱਧਰ ਹੈ, ਤੇ ਨਾਲ ਹੱਥ ਦਾ ਜਾਂ ਤੀਰ ਦਾ ਨਿਸ਼ਾਨ ਬਣਿਆ ਹੁੰਦਾ। ਉਹ ਜਿਹੜਾ ਤੀਰ ਹੈ ਸਾਨੂੰ ਰਸਤਾ ਦਿਖਾ ਰਿਹਾ, ਉਹ ਸੰਕੇਤਕ ਭਾਸ਼ਾ ਹੈ। ਹੱਥ ਦਾ ਨਿਸ਼ਾਨ ਸੰਕੇਤ ਦੇ ਰਿਹਾ, ਲੰਗਰ ਇੱਧਰ ਹੈ, ਵਾਸ਼ਰੂਮ ਇੱਧਰ ਨੇ, ਗੇਟ ਇੱਧਰ ਹੈ, ਦਰਬਾਰ ਇੱਧਰ ਹੈ। ਇਸ ਪ੍ਰਕਾਰ ਜਿਹੜੀ ਚੀਜ਼ ਸੰਕੇਤ ਦੇਵੇ ਉਸ ਨੂੰ ਸੰਕੇਤਕ ਭਾਸ਼ਾ। ਜਦੋਂ ਅੱਖਰਾਂ ਦੀ ਬਣਤਰ ਨਹੀਂ ਸੀ ਅਜੇ ਬਣੀ, ਉਦੋਂ ਸੰਕੇਤਕ ਭਾਸ਼ਾ ਦੁਨੀਆ ਅੰਦਰ ਪ੍ਰਚਲਿਤ ਸੀ। ਕਿਸੇ ਨੇ ਮਰ ਜਾਣਾ, ਚੜ੍ਹਾਈ ਕਰ ਜਾਣਾ, ਤੇ ਚਿੱਟਾ ਕੋਰਾ ਕਾਗਜ਼ ਭੇਜ ਦੇਣਾ, ਜੀ ਚਿੱਟਾ ਖਫਨ ਪੈ ਗਿਆ, ਸਫੇਦ। ਇਸ ਪ੍ਰਕਾਰ ਸੰਕੇਤ। ਤੇ ਜੇ ਵਿਆਹ ਸ਼ਾਦੀ ਦਾ ਸਮਾਂ ਹੋਣਾ, ਜਾਂ ਕਿਸੇ ਦੇ ਘਰ ਵਿੱਚ ਪੁੱਤਰ ਨੇ ਜਨਮ ਲੈਣਾ, ਤੇ ਪੈਲ ਪਾਉਂਦੇ ਹੋਏ ਮੋਰ ਦੀ ਫੋਟੋ ਵਾਹ ਕਰਕੇ ਲਾਗੀ ਤਿਆਦ ਕਿਤੇ ਹੱਥ ਭੇਜ ਦੇਣੀ, ਪਤਾ ਲੱਗ ਜਾਣਾ ਜੀ ਖੁਸ਼ੀ ਦਾ ਸਮਾਂ ਹੈ। ਕਿਉਂਕਿ ਮੋਰ ਜਦੋਂ ਖੁਸ਼ ਹੁੰਦਾ ਉਦੋਂ ਹੀ ਪੈਲ ਪਾਉਂਦਾ ਨਾ। ਹੁਣ ਖੁਸ਼ੀ ਦਾ ਸਮਾਂ ਆਪ ਬਣਿਆ। ਇਹ ਸੰਕੇਤਕ ਭਾਸ਼ਾ ਹੋਇਆ ਕਰਦੀ ਸੀ। ਸੋ 3 ਭਾਸ਼ਾ, ਮੈਥ ਗਣਿਤ ਕਹਿ ਲਈਏ, ਸੰਸਕ੍ਰਿਤ ਦਾ ਓ, ਪੰਜਾਬੀ ਦੇ ਵਿੱਚ ਕਾਰ, ਜੋ ਕਿ ਸੰਕੇਤਕ ਭਾਸ਼ਾ ਵਿੱਚ ਹੈ ਪਰ ਪੰਜਾਬੀ ਚ ਕਾਰ ਆਖਿਆ ਜਾਂਦਾ ਹੈ। ਉਚਾਰਨ ਇਸ ਦਾ ਕਾਰ ਹੈ। 3 ਹਿੱਸਿਆਂ ਵਿੱਚ ਇਸ ਦਾ ਉਚਾਰਨ ਹੋਵੇਗਾ। ਇੱਕ ਓੰਕਾਰ, ਇਹ ਇਸ ਦਾ ਸ਼ੁੱਧ ਉਚਾਰਨ ਹੈ। ਸੋ ਇਸ ਦਾ ਅਰਥ ਬਣਦਾ ਹੈ ਇੱਕ, ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਸੁਜਾਤੀ ਕੀ ਹੁੰਦਾ ਹੈ? ਸਵੈ ਜਾਤੀ, ਆਪਣੀ ਜਾਤੀ। ਜਿਵੇਂ ਮਾਨਸ ਸਾਰੇ ਮਨੁੱਖ ਇੱਕ ਹੀ ਜਾਤ ਹੈ ਨਾ, ਪਰ ਸਾਰੇ ਮਨੁੱਖ ਇੱਕੋ ਜਿਹੇ ਨੇ। ਹੱਥ ਪੈਰ ਨੱਕ ਮੂੰਹ ਕੱਦ ਕਾਠ ਇਤਿਆਦਿਕ ਰੰਗ ਇੱਕ ਵਰਗੇ ਹੋਰ ਬਹੁਤ ਨੇ, ਇੱਕ ਵਰਗਾ ਦੂਜਾ, ਦੂਜੇ ਵਰਗਾ ਤੀਜਾ। ਪਰ ਪਰਮਾਤਮਾ ਜੀ ਜਿਹੜੇ ਨੇ ਸੁਜਾਤੀ, ਜੋ ਪਰਮਾਤਮਾ ਜੀ ਦਾ ਸਰੂਪ ਹੈ, ਪਰਮਾਤਮਾ ਵਰਗੀ ਜ਼ਾਤ ਹੀ ਕੋਈ ਨਹੀਂ, ਉਸਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਆਪ ਜੀ ਵਰਗਾ ਹੋਰ ਕੋਈ ਨਹੀਂ। ਆਪ ਜੀ ਦਾ ਸ਼ਰੀਕ ਕੋਈ ਨਹੀਂ ਜਿਹੜਾ ਤੁਹਾਡੇ ਵਰਗਾ ਹੋਵੇ। ਤੇ ਵਿਜਾਤੀ ਹੁੰਦਾ ਵਿਸ਼ੇਸ਼ ਜਾਤੀ ਅਥਵਾ ਦੂਜੀ ਜਾਤੀ। ਜਿਵੇਂ ਮਨੁੱਖ ਇੱਕ ਜਾਤੀ ਹੈ, ਪਸ਼ੂ ਦੂਸਰੀ ਜਾਤੀ ਹੈ, ਪੰਛੀ ਤੀਸਰੀ ਜਾਤੀ ਹੈ, ਕੀੜੇ ਮਕੌੜੇ ਚੌਥੀ ਜਾਤੀ ਹੈ। ਇਸ ਪ੍ਰਕਾਰ ਬੇਅੰਤ ਜਾਤੀਆਂ ਨੇ ਨਾ। ਤੇ ਜਿਵੇਂ ਮਨੁੱਖ ਵਰਗਾ ਕੋਈ ਪਸ਼ੂ ਇਤਿਆਦਿਕ ਨਹੀਂ ਦੂਜੀ ਜਾਤੀ ਦੇ ਵਿੱਚ, ਇਸੇ ਪ੍ਰਕਾਰ ਪਰਮਾਤਮਾ ਜੀ ਤੁਹਾਡੇ ਨਾਲੋਂ ਜਿਤਨੀਆਂ ਵੀ ਦੂਸਰੀਆਂ ਜਾਤੀਆਂ ਨੇ, ਚਾਹੇ ਦੇਵ ਨੇ, ਚਾਹੇ ਦਾਨਵ ਨੇ, ਚਾਹੇ ਮਾਨਵ ਨੇ, ਚਾਹੇ ਇਸਤਰੀ ਹੈ, ਚਾਹੇ ਪੁਰਖ ਹੈ, ਤੁਹਾਡੇ ਵਰਗਾ ਕੋਈ ਵੀ ਨਹੀਂ। ਵਿਜਾਤੀ 'ਚ ਵੀ ਤੁਹਾਡੇ ਵਰਗਾ ਕੋਈ ਨਹੀਂ। ਤੇ ਸਵੈ ਗਤ ਤੋਂ ਭਾਵ ਹੁੰਦਾ ਆਪਣੇ ਆਪ ਨੂੰ ਪ੍ਰਾਪਤ ਹੋਣਾ। ਸਵੈ ਆਪਣੇ ਆਪ, ਤੇ ਗਤ ਪ੍ਰਾਪਤੀ। ਆਪਣੇ ਆਪ ਦੀ ਪ੍ਰਾਪਤੀ ਤੋਂ ਭਾਵ ਕੀ ਹੈ? ਇੱਕ ਦਰਖਤ ਦੇਖੀਏ, ਉਸ ਦਾ ਜਿਹੜਾ ਮੂਲ ਜੜ ਹੈ ਹੋਰ ਤਰ੍ਹਾਂ ਦੀ ਹੈ, ਉਸ ਦਾ ਤਾਣਾ ਹੋਰ ਤਰ੍ਹਾਂ ਦਾ ਹੈ, ਲੱਕੜ ਪੋਰੀ ਹੋਰ ਤਰ੍ਹਾਂ ਦੀ ਹੈ, ਟਾਹਣੇ ਅਲੱਗ ਬਣਤਰ ਦੇ ਨੇ, ਟਾਹਣੀਆਂ ਅਲੱਗ ਬਣਤਰ ਦੀਆਂ ਨੇ, ਕਰੁੰਬਲੀਆਂ ਹੋਰ ਤਰ੍ਹਾਂ ਦੀਆਂ ਨੇ, ਪੱਤਰੇ ਹੋਰ ਤਰ੍ਹਾਂ ਦੇ ਨੇ, ਫੁੱਲ ਪੱਤਿਆਂ ਨਾਲ ਨਹੀਂ ਮਿਲਦੇ, ਫਲ ਫੁੱਲਾਂ ਨਾਲ ਨਹੀਂ ਮਿਲਦੇ, ਪੱਤੇ ਟਾਹਣੀਆਂ ਨਾਲ ਨਹੀਂ ਮਿਲਦੀਆਂ, ਟਾਹਣੀਆਂ ਜੜ੍ਹਾਂ ਨਾਲ ਨਹੀਂ ਮਿਲਦੀਆਂ। ਬੜੇ ਭੇਤ ਨੇ ਨਾ। ਮਨੁੱਖ ਦਾ ਸਰੀਰ ਜਿਹੋ ਜਿਹੇ ਬੁੱਲ ਨੇ, ਇਹੋ ਜਿਹੀਆਂ ਅੱਖਾਂ ਨਹੀਂ। ਅੱਖਾਂ ਨੱਕ ਨਾਲ ਨਹੀਂ ਮਿਲਦੀਆਂ, ਨੱਕ ਹੱਥ ਨਾਲ ਨਹੀਂ ਮਿਲਦੇ, ਹੱਥ ਪੈਰਾਂ ਨਾਲ ਨਹੀਂ ਮਿਲਦੇ, ਸਭਨਾਂ 'ਚ ਵਖਰੇਵਾਂ ਏ। ਪਰ ਪਰਮਾਤਮਾ ਜੀ ਤੁਹਾਡੇ ਵਿੱਚ ਸਵੈਗਤ ਭੇਦ ਰਹਿਤ, ਤੁਸੀਂ ਆਪਣੇ ਇਸ ਭੇਦ ਤੋਂ ਵੀ ਰਹਿਤ ਹੋ। ਕਿਉਂਕਿ ਆਪ ਜੀ ਤੇ ਨਿਰਾਕਾਰ ਹੋ, ਤੂੰ ਸਦਾ ਸਲਾਮਤ ਨਿਰੰਕਾਰ। ਜੈਸਾ ਆਪ ਜੀ ਦਾ ਮੁੱਖ ਪ੍ਰਕਾਸ਼ ਸਰੂਪ ਹੈ, ਉਹੋ ਜੇ ਆਪ ਜੀ ਦੇ ਚਰਨ ਪ੍ਰਕਾਸ਼ ਰੂਪ ਨੇ। ਮਹਾਰਾਜ ਸਾਰਾ ਸਰੀਰ ਹੀ ਪ੍ਰਕਾਸ਼ ਸਰੂਪ ਹੈ। ਇਸ ਪ੍ਰਕਾਰ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਆਪ ਜੀ ਰਹਿਤ ਹੋ। ਦੇਸ਼ ਕਾਲ ਤੋਂ ਵੀ ਰਹਿਤ ਹੋ। ਮਨੁੱਖ ਦੀ ਸੀਮਾ ਹੈ, ਕਿੱਥੇ ਰਹਿਣਾ ਹੈ, ਘਰ ਕਿੱਥੇ ਹੈ, ਕਿੰਨੇ ਇਲਾਕੇ 'ਚ ਜਾ ਸਕਦਾ। ਹੁਣ ਬਾਰਡਰ ਸੀਮਾ ਸਭ ਜਗ੍ਹਾ ਤੇ ਬਣੀਆਂ ਨਾ, ਸਰਹੱਦ ਟੱਪ ਕੇ ਦੂਜੇ ਦੇਸ਼ ਤੇ ਨਹੀਂ ਜਾ ਸਕਦਾ। ਪਰ ਪਰਮਾਤਮਾ ਜੀ ਵਾਸਤੇ ਇਹ ਦੇਸ਼ ਦੀ ਸੀਮਾ ਵੀ ਨਿਰਧਾਰਤ ਨਹੀਂ ਕਿ ਇਕੱਲੇ ਜੇ ਭਾਰਤ ਵਿੱਚ ਰਹਿੰਦਾ ਤੇ ਪਾਕਿਸਤਾਨ ਵਿੱਚ ਪਰਮਾਤਮਾ ਨਹੀਂ, ਪਾਕਿਸਤਾਨ ਹੈ ਤੇ ਚੀਨ ਵਿੱਚ ਨਹੀਂ,
ਚੀਨ ਵਿੱਚ ਹੈ ਤੇ ਮਚੀਨ ਵਿੱਚ ਨਹੀਂ, ਮਚੀਨ ਵਿੱਚ ਹੈ ਤੇ ਅਰਬ ਅਫਰੀਕਾ ਨਹੀਂ, ਜੇ ਸਾਊਦੀ ਅਰਬ ਵਿੱਚ ਹੈ ਤੇ ਇਸੇ ਪ੍ਰਕਾਰ ਕੈਨੇਡਾ ਜਾਂ ਇੰਗਲੈਂਡ ਨਹੀਂ, ਦੇਸ਼ ਦੀਆਂ ਹੱਦਾਂ ਵਿੱਚ ਵੀ ਜੋ ਬੱਝਾ ਹੋਇਆ ਨਹੀਂ। ਕਾਲ ਤੋਂ ਵੀ ਰਹਿਤ ਹੈ, ਦੇਸ਼ ਕਾਲ ਤੋਂ ਰਹਿਤ, ਇੱਕ ਅਦੁੱਤੀ ਬ੍ਰਹਮ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ, ਦੇਸ਼ ਕਾਲ ਤੋਂ ਰਹਿਤ। ਕਾਲ ਤੋਂ ਰਹਿਤ ਕੀ ਹੈ? ਹਰ ਇਨਸਾਨ ਕੋਈ ਦਿਨੇ ਜੰਮਿਆ, ਕੋਈ ਰਾਤ ਨੂੰ ਜੰਮਿਆ, ਇੱਕ ਸਮਾਂ ਹੈ। ਮਰਨ ਦਾ ਵੀ ਸਮਾਂ, ਕੋਈ ਸੁੱਤਾ ਪਿਆ ਹੀ ਮਰ ਗਿਆ, ਕੋਈ ਹਸਪੀਟਲ ਮਰ ਗਿਆ, ਕੋਈ ਜਵਾਨੀ ਦੀ ਅਵਸਥਾ ਵਿੱਚ ਮਰ ਗਿਆ, ਕੋਈ ਬੁਢਾਪੇ ਵਿੱਚ, ਕੋਈ ਬਚਪਨ ਵਿੱਚ ਹੀ। ਪਰ ਪਰਮਾਤਮਾ ਜੀ ਸਮੇਂ ਦੀ ਹੱਦਬੰਦੀ ਤੋਂ ਵੀ ਰਹਿਤ ਨੇ। ਨਾ ਉਹ ਬਾਲਾ ਬੂਢਾ ਭਾਈ, ਨਾ ਕਦੇ ਬਜ਼ੁਰਗ ਹੋਵੇਗਾ, ਨਾ ਕਦੇ ਉਹ ਬਾਲਕ ਸੀ। ਇੱਕ ਰਸ, ਇੱਕ ਸਵਰੂਪ ਰਹਿਣ ਵਾਲਾ ਹੈ। ਕਾਲ ਸਮੇਂ ਦਾ ਪ੍ਰਭਾਵ ਵੀ ਨਹੀਂ ਪੈਂਦਾ। ਐਸਾ ਅਦੁੱਤੀ ਬ੍ਰਹਮ, ਐਸੀ ਵਾਹਿਦ ਹਸਤੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ 63 ਪ੍ਰਕਾਰ ਦੇ ਭਰਮ ਤੇ ਝਗੜੇ ਓਅੰਕਾਰ ਨੂੰ ਲੈ ਕੇ ਪਏ ਸਨ, ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਓਅੰਕਾਰ ਤੋਂ ਪਹਿਲਾਂ ਏਕਾ ਲਿਖ ਦਿੱਤਾ। ਪਿਆਰਿਓ ਕਿਉਂ ਝਗੜਦੇ ਹੋ? ਇਹ ਓਅੰਕਾਰ ਕੋਈ 62 63 ਤਰ੍ਹਾਂ ਦਾ ਥੋੜਾ ਆਪਣੇ ਆਪਣੇ ਵੱਲ ਖਿੱਚਦੇ ਹੋ। ਜਿਹੜਾ ਓਅੰਕਾਰ ਪ੍ਰਮਾਤਮਾ ਜੀ ਨੇ ਉਹ ਇੱਕ ਹੀ ਸਰੂਪ ਨੇ, ਅਦੁੱਤੀ ਬ੍ਰਹਮ ਨੇ, ਇੱਕ ਰਸ, ਇੱਕ ਸਰੂਪ ਰਹਿਣ ਵਾਲੇ ਨੇ, द्वंद्ववाद ਤੋਂ ਰਹਿਤ ਨੇ। ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ। ਜਿੱਥੇ ਕਿਸੇ ਨੇ ਪਿਆਰ ਦੇ ਨਾਲ ਯਾਦ ਕਰ ਲਿਆ, ਚਾਹੇ ਭਗਤ ਨੇ ਕਰ ਲਿਆ, ਚਾਹੇ ਮਨੁੱਖ ਨੇ ਕਰ ਲਿਆ, ਚਾਹੇ ਇਸਤਰੀ ਨੇ ਕਰ ਲਿਆ, ਕੀੜੇ ਮਕੌੜੇ ਨੇ ਕਰ ਲਿਆ, ਚਾਹੇ ਹਾਥੀ ਨੇ ਕਰ ਲਿਆ, ਚਾਹੇ ਹਿਰਨੀ ਨੇ ਕਰ ਲਿਆ, ਜਿੱਥੇ ਵੀ ਕਿਸੇ ਨੇ ਯਾਦ ਕਰ ਲਿਆ ਉੱਥੇ ਹੀ ਪ੍ਰਮਾਤਮਾ ਜੀ ਜਾ ਪੁੱਜਦੇ ਨੇ। ਓਅੰਕਾਰ ਸਰਬ ਦੇ ਪ੍ਰਕਾਸ਼ਕ ਨੇ। ਜਿਤਨੇ ਵੀ ਸਰੀਰ ਆਕਾਰ ਨੇ ਸਭਨਾਂ ਨੂੰ ਪ੍ਰਕਾਸ਼ਣ ਵਾਲੇ, ਆਪਣੀ ਜੋਤ ਰੱਖ ਕੇ ਜ਼ਿੰਦਗੀ ਬਖਸ਼ਣ ਵਾਲੇ ਪ੍ਰਮਾਤਮਾ ਜੀ ਆਪ ਹੀ ਹਨ। ਸੋ ਐਸੇ ਇੱਕ ਓਅੰਕਾਰ ਜੋ ਸਰਬ ਵਿਆਪੀ ਅਦੁੱਤੀ ਬ੍ਰਹਮ ਪ੍ਰਮਾਤਮਾ ਜੀ ਨੇ ਸਤਿਗੁਰ ਪ੍ਰਸਾਦ। ਐਸੇ ਵਾਹਿਗੁਰੂ ਜੀ ਪ੍ਰਮਾਤਮਾ ਜੀ ਆਪਣੇ ਯਤਨ ਨਾਲ ਨਹੀਂ, ਹੱਠ ਦੇ ਨਾਲ ਨਹੀਂ, ਜਿੱਦਾਂ ਨਾਲ ਨਹੀਂ, ਚਤਰਾਈਆਂ ਨਾਲ ਨਹੀਂ, ਸਿਆਣਪਾਂ ਨਾਲ ਨਹੀਂ, ਅਕਲ ਦੀਆਂ ਉਗਤੀਆਂ ਜੁਗਤੀਆਂ ਨਾਲ ਨਹੀਂ, ਬਲਕਿ ਪੂਰੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ, ਕਿਰਪਾ ਦੇ ਦੁਆਰਾ, ਕਿਰਪਾ ਰਾਹੀਂ ਪ੍ਰਾਪਤ ਹੁੰਦੇ ਹਨ ਜੀ। ਰਾਮ ਕੋ ਬਲ ਪੂਰਨ ਭਾਈ। ਜਦੋਂ ਵਿਰੋਧ ਕਰਨ ਵਾਲਿਆਂ ਨੇ ਸਤਿਗੁਰੂ ਜੀ ਦਾ ਵਿਰੋਧ ਕਰਕੇ ਦੇਖ ਲਿਆ, ਬੜੇ ਯਤਨ ਕਰ ਲਏ, ਸਤਿਗੁਰੂ ਜੀ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਵੱਡਿਆਂ ਸਤਿਗੁਰਾਂ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ ਗੁਰੂ ਘਰ ਦੇ ਵਿੱਚ, ਦੁਸ਼ਮਣਾਂ ਦੋਖੀਆਂ ਦਾ ਕੋਈ ਵਾਸੀ ਨਹੀਂ ਚੱਲਦਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਭਾਈ ਰਮੇ ਹੋਏ ਰਾਮ ਜੀ ਪੂਰਨ ਬਲਵਾਨ ਨੇ। ਤੇ ਜੋ ਵਾਹਿਗੁਰੂ ਜੀ ਦਾ ਬਲ ਹੈ ਨਾ, ਪਰਮ ਪਿਤਾ ਪਰਮੇਸ਼ਵਰ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਬਖਸ਼ਿਸ਼ ਕੀਤਾ ਹੋਇਆ ਹੈ। ਉਹ ਜੋ ਰਾਮ ਜੀ ਦਾ ਬਲ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ, ਗੁਰੂ ਦੇ ਹਿਰਦੇ ਵਿੱਚ ਪ੍ਰਤੱਖ ਹੀ ਵਰਤ ਰਿਹਾ ਹੈ, ਪ੍ਰਤੱਖ ਹੀ ਪ੍ਰਗਟ ਹੈ। ਤਾਂ ਤੇ ਬਿਰਥਾ ਨਾ ਵਿਆਪੈ ਕਾਈ। ਤੇ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਬਲ ਹੈ। ਬਲ ਆਉਣ ਦੇ ਕਾਰਨ, ਵਾਹਿਗੁਰੂ ਜੀ ਦੀ ਕਲਾ ਦੇ ਕਾਰਨ, ਤਾ ਤੇ ਬਿਰਥਾ, ਜਿਸ ਦੇ ਤਾ ਤੇ ਤਿਸ ਕਰਕੇ ਕਿਸੇ ਪ੍ਰਕਾਰ ਦੀ ਬਿਪਤਾ ਆਉਂਦੀ ਹੋਈ ਨਹੀਂ, ਵਿਆਧੀ ਆਉਂਦੀ ਨਹੀਂ, ਕਾਈ ਕੋਈ ਵੀ ਨਹੀਂ। ਸਾਰੀਆਂ ਬਿਪਤਾ ਟਲ ਜਾਂਦੀਆਂ ਨੇ, ਸੰਕਟ ਟਲ ਜਾਂਦੇ ਨੇ, ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਕਲਾ ਗੁਰੂ ਘਰ ਦੇ ਵਿੱਚ ਵਰਤ ਰਹੀ ਹੈ। ਇਸੇ ਪ੍ਰਕਾਰ ਸ਼ੁਰੂ ਤੋਂ ਪੜ੍ਹਦੇ ਹੋ ਜੀ। ਰਾਮ ਕੋ ਬਲ ਪੂਰਨ ਭਾਈ। ਇਹ ਸੱਚੇ ਪਾਤਸ਼ਾਹ ਸਾਡੇ ਉੱਪਰ ਵੀ ਕਿਰਪਾਲਤਾ ਕਰੋ ਜੀ, ਸਾਡੇ ਦੁੱਖਾਂ ਦੀ ਨਿਵਰਤੀ ਹੋ ਜਾਵੇ, ਸਾਡੀਆਂ ਵੀ ਆਦੀਆਂ ਬਿਆਦੀਆਂ ਮਿਟ ਜਾਣ। ਤਾਂ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਜੋ ਰਮੇ ਹੋਏ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਉਹਨਾਂ ਦਾ ਬਲ ਪੂਰਨ ਹੈ, ਪੂਰਨ ਬਲ ਦੇ ਸਹਿਤ ਨੇ, ਸਰਬ ਕਲਾ ਸਮਰੱਥ ਨੇ। ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ। ਐਸੇ ਸਮਰੱਥ ਸਰਬੱਗ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰੋ। ਤਾਂ ਤੇ ਬਿਰਥਾ ਨਾ ਵਿਆਪੈ ਕਾਈ। ਜਿਹੜੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ ਨਾ, ਨਾਮ ਦੇ ਸਿਮਰਨ ਦੇ ਸਦਕਾ, ਤਾ ਤੇ ਇਸ ਨਾਮ ਦੀ ਬਰਕਤ ਦੇ ਕਰਕੇ ਕਿਸੇ ਪ੍ਰਕਾਰ ਦੀ ਬਿਰਥਾ, ਕਿਸੇ ਪ੍ਰਕਾਰ ਦੀ ਭੀੜਾ, ਕਿਸੇ ਪ੍ਰਕਾਰ ਦਾ ਸੰਕਟ, ਕਿਸੇ ਪ੍ਰਕਾਰ ਦੀ ਉਪਾਧੀ ਭਗਤ ਜਨਾਂ ਨੂੰ ਵਿਆਪਦੀ ਹੀ ਨਹੀਂ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦੇ। ਇਸੇ ਪ੍ਰਕਾਰ ਜਿਸ ਵਾਹਿਗੁਰੂ ਜੀ ਦੇ ਦਰ ਤੋਂ ਕੋਈ ਵੀ ਖਾਲੀ ਹੱਥ ਨਿਰਾਸ਼ਾ ਨਹੀਂ ਜਾਂਦਾ ਹੈ,
ਤਿਸ ਦੇ ਨਾਮ ਦਾ ਸਿਮਰਨ ਕਰੋ। ਰਹਾਉ ਵਿਸਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜ਼ੁਬਾਨੇ ਪਾਕ ਚੋਂ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਜੋ ਜੋ ਚਿਤਵੈ ਦਾਸ ਹਰ ਮਾਈ। ਮਾਈ ਜਿਸ ਵੀ ਦਾਸ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਾਤਾ ਸਵਰੂਪ ਜਾਣ ਕਰਕੇ, ਪਿਤਾ ਸਵਰੂਪ ਜਾਣ ਕਰਕੇ ਚਿਤਵਨਾ ਕੀਤਾ ਹੈ, ਅਥਵਾ ਮਾਈ ਦਾ ਅਰਥ ਹੈ ਭਾਈ। ਹੇ ਭਾਈ, ਜਿਸ ਵੀ ਕਿਸੇ ਜਗਿਆਸੂ ਨੇ, ਜਗਿਆਸਾ ਵਾਲੇ ਨੇ, ਭਾਵਨਾ ਵਾਲੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਚਿਤਾਰਿਆ ਹੈ, ਜਪਿਆ ਹੈ, ਸੋ ਸੋ ਕਰਤਾ ਆਪ ਕਰਾਈ। ਸੋ ਸੋ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਿੰਨਾਂ ਦੇ ਸਾਰੇ ਕਾਰਜ ਆਪ ਕਰਾਈ, ਆਪ ਸੰਪੰਨ ਕਰ ਦੇਣਾ ਕੀਤੇ ਨੇ। ਕੋਈ ਕਾਰਜ ਅਧੂਰਾ ਨਹੀਂ ਰਹਿ ਜਾਂਦਾ। ਸਾਰੀਆਂ ਮਨੋਕਾਮਨਾਵਾਂ ਆਪ ਕਰਾਈ ਵਾਹਿਗੁਰੂ ਜੀ ਨੇ ਆਪ ਹੀ ਪੂਰੀਆਂ ਕਰ ਦੇਣਾ ਕੀਤੀਆਂ ਨੇ। ਵਾਹਿਗੁਰੂ ਜੀ ਦੇ ਪਿਆਰਿਆਂ ਦੇ ਕਾਰਜ ਵੀ ਇਸੇ ਪ੍ਰਕਾਰ ਜਨਮ ਦੀ ਸਫਲਤਾ ਦਾ ਕਾਰਜ ਵੀ ਵਾਹਿਗੁਰੂ ਜੀ ਨੇ ਆਪ ਹੀ ਪੂਰਾ ਕਰ ਦਿੱਤਾ ਹੈ, ਕਰਾਈ ਸਤਿਗੁਰੂ ਜੀ ਦੇ ਪਾਸੋਂ ਕਰਾ ਦਿੱਤਾ ਹੈ। ਨਿੰਦਕ ਕੀ ਪ੍ਰਭ ਪਤ ਗਵਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤੀ ਮਾਰਗ ਤੇ ਚੱਲਦਿਆਂ ਨਿੰਦਕ ਇਤਿਆਦਿਕ ਲੋਕ ਬੜੀ ਨਿੰਦਿਆ ਕਰਦੇ ਨੇ, ਬੜੇ ਤਾਨੇ ਮਾਰਦੇ ਨੇ। ਵੱਡਾ ਭਗਤ ਆ ਗਿਆ, ਕੱਲ ਅਜੇ ਸਾਡੇ ਨਾਲ ਸੀ, ਅੱਜ ਸਾਡੇ ਵੱਲ ਵੇਖਦਾ ਵੀ ਨਹੀਂ। ਆ ਜਾ, ਤੈਨੂੰ ਬਹੁਤਾ ਬ੍ਰਹਮ ਗਿਆਨ ਚੜਿਆ, ਬਹੁਤਾ ਚੌਂਕੜਾ ਨਾ ਮਾਰਿਆ ਕਰ, ਤੇਰੀਆਂ ਕਿਧਰੇ ਵਾਲਾਂ ਦੀਆਂ ਜਟਾਵਾਂ ਹੀ ਨਾ ਬਣ ਜਾਣ। ਤੂੰ ਵੱਡਾ ਪਰਉਪਕਾਰੀ ਸਾਧੂ ਬਣ ਕੇ ਦਿਖਾਉਣਾ। ਕੱਲ ਅਜੇ ਪਿਆਲੇ ਪੀਂਦਾ ਸੀ, ਖਾਲੀ ਕਰਦਾ ਸੀ, ਅੱਜ ਬੜਾ ਤੈਨੂੰ ਬ੍ਰਹਮ ਗਿਆਨ ਫੁਰਦਾ। ਕੱਲ ਤੇ ਸਾਡੇ ਨਾਲ ਸਾਡਾ ਪਿਆਲੀ ਦਾ ਯਾਰ ਸੀ, ਅੱਜ ਵੱਡਾ ਨਾਮ ਰਸੀਆ। ਮਹਾਰਾਜ ਇਸ ਪ੍ਰਕਾਰ ਟੁਚਰਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠਣਾ ਹੋਵੇ ਉਦੋਂ ਖੂਹ ਦਰਿਆ ਤੇ ਨਹਾਉਣ ਜਾਣਾ ਪੈਂਦਾ ਸੀ। ਉਹ ਸੌਂ ਜਾ ਘੜੀ, ਨਾ ਤੂੰ ਆਪ ਸੌਣਾ ਨਾ ਦੂਜਿਆਂ ਨੂੰ ਸੌਣ ਦੇਣਾ, ਤੈਨੂੰ ਟਿਕਾ ਨਹੀਂ ਆਉਂਦਾ। ਇਸ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਕਿਹਾ ਸੀ ਨਾ, ਇਹਨਾਂ ਨੂੰ ਦਿਨੇ ਰਾਤ ਚੈਨ ਨਹੀਂ, ਤੇ ਮਿਹਣਾ ਮਾਰਿਆ ਸੀ। ਇਸ ਪ੍ਰਕਾਰ ਮਹਾਰਾਜ ਨਿੰਦਕ ਲੋਕ ਬੜੀਆਂ ਰੁਕਾਵਟਾਂ ਪਾਉਂਦੇ ਨੇ। ਸੱਚੇ ਪਾਤਸ਼ਾਹ ਫਿਰ ਕਈ ਵਾਰ ਜਿਹੜਾ ਮਨ ਹੈ ਨਾ, ਉਹਨਾਂ ਦੀਆਂ ਗੱਲਾਂ ਨਾਲ ਭਰਮ ਵੀ ਜਾਂਦਾ, ਉਚਾਟ ਹੋ ਜਾਂਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਹੜੇ ਐਸੇ ਨਿੰਦਕਾਂ ਦੀਆਂ ਤਰਕਾਂ ਨੂੰ ਸੁਣ ਕਰਕੇ ਵਿਚਲਿਤ ਨਹੀਂ ਹੁੰਦੇ, ਹਿਰਦਾ ਨਹੀਂ ਡਲਾਉਂਦੇ, ਉਹਨਾਂ ਦੀ ਤਾਂ ਲੋਕ ਪਰਲੋਕ ਦੇ ਅੰਦਰ ਪਤ ਆਬਰੂ ਰਹਿ ਆਉਂਦੀ ਹੈ। ਪਰ ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਨੇ ਨਾ, ਵੱਡਾ ਸਾਧ ਬਣਿਆ ਫਿਰਦਾ, ਵੱਡਾ ਨਾਮ ਦਾ ਰਸੀਆ, ਇਹ ਤੇ ਵਿਹਲੜ ਸਾਧ ਨੇ, ਇਹਨਾਂ ਨੂੰ ਤੇ ਕੰਮ ਕੋਈ ਨਹੀਂ। ਅੱਜ ਦੇ ਪ੍ਰੋਫੈਸਰ ਪ੍ਰਿੰਸੀਪਲ ਐਸੀਆਂ ਬੜੀਆਂ ਤੁਹਮਤਾਂ ਲਾਉਂਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਐਸੇ ਨਿੰਦਕਾਂ ਦੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਲੋਕ ਪਰਲੋਕ ਦੇ ਵਿੱਚ ਜਿਹੜੀ ਪਤ ਆਬਰੂ ਸੀ ਨਾ, ਉਹ ਫਿਰ ਨਾਸ਼ ਕਰ ਦਿੱਤੀ ਹੈ। ਦੁਨੀਆ ਦੇ ਅੰਦਰ ਵੀ ਇਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਤੇ ਦਰਗਾਹ ਦੇ ਅੰਦਰ ਵੀ ਪ੍ਰਮਾਤਮਾ ਜੀ ਦੀ ਦਰਗਾਹ ਦੇ ਅੰਦਰ ਨਿੰਦਕਾਂ ਦੇ ਜਿਹੜੇ ਮੂੰਹ ਨੇ ਉਹ ਕਾਲੇ ਕੀਤੇ ਜਾਂਦੇ ਹਨ। ਇਹਨਾਂ ਨੇ ਨਿੰਦਿਆ ਕਰ ਕਰਕੇ ਆਪਣੀ ਪਤ ਆਬਰੂ ਨੂੰ ਲੋਕ ਪਰਲੋਕ ਦੇ ਵਿੱਚ ਆਪ ਹੀ ਗਵਾ ਲੈਣਾ ਕੀਤਾ ਹੈ। ਨਾਨਕ ਹਰ ਗੁਣ ਨਿਰਭਉ ਗਾਈ। ਸਤਿਗੁਰੂ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਿਆਰ ਹੈ ਨਾ, ਉਹ ਨਿੰਦਕਾਂ ਦੀਆਂ ਤਰਕਾਂ ਦਾ ਕਿਸੇ ਪ੍ਰਕਾਰ ਮਨ ਦੇ ਉੱਪਰ ਪ੍ਰਭਾਵ ਨਹੀਂ ਕਬੂਲ ਕਰਦੇ ਨੇ। ਉਹ ਇਹਨਾਂ ਤਰਕਾਂ ਦਾ ਬੁਰਾ ਨਹੀਂ ਮਨਾਉਂਦੇ, ਤਰਕਾਂ ਨੂੰ ਸ਼ਰਵਣ ਕਰਕੇ ਕਿਸੇ ਪ੍ਰਕਾਰ ਨਾਮ ਦਾ ਸਿਮਰਨ ਨਹੀਂ ਛੱਡਦੇ ਹਨ। ਸਵਾਸ ਵਾਹਿਗੁਰੂ ਜੀ ਦੀ ਬੰਦਗੀ ਨੂੰ ਕਰਦੇ ਨੇ, ਇਹਨਾਂ ਵੱਲੋਂ ਬੇਪਰਵਾਹ ਹੋ ਜਾਂਦੇ ਨੇ। ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ। ਇੱਕ ਵਾਹਿਗੁਰੂ ਜੀ ਦੇ ਭਾਣੇ ਵਿੱਚ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਤੇ ਭਾਣੇ ਵਿੱਚ ਹੀ ਸਹਿਤ ਪਿਆਰ ਦੇ ਰਹਿੰਦੇ ਨੇ, ਨਿੰਦਕਾਂ ਇਤਿਆਦਿਕਾਂ ਦੀ ਪ੍ਰਵਾਹ ਨਹੀਂ ਕਰਦੇ। ਇਸੇ ਪ੍ਰਕਾਰ ਫਿਰ ਪੰਕਤੀ ਪੜ੍ਹ ਦਿਓ। ਨਾਨਕ ਹਰ ਗੁਣ ਨਿਰਭਉ ਗਾਈ। ਤੇ ਪਰਮਾਤਮਾ ਜੀ ਦੇ ਜਿਹੜੇ ਪਿਆਰੇ ਨੇ, ਨਿਰਭਉ ਹੋ ਕਰਕੇ, ਨਿਡਰ ਹੋ ਕਰਕੇ, ਸਹਿਤ ਪਿਆਰ ਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਹੀ ਗਾਉਣਾ ਕਰਦੇ ਨੇ। ਭਾਵੈ ਭਲਾ ਕਹੋ, ਭਾਵੈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਅਬ ਹਮ ਚਲੀ ਠਾਕੁਰ ਪਹਿਹਾਰ। ਠਾਕੁਰ ਜੀ, ਅਸੀਂ ਆਪਣਾ ਤਨ ਮਨ ਆਪ ਜੀ ਦੇ ਨਾਮ ਦੇ ਅੱਗੇ ਹਾਰ ਦਿੱਤਾ ਹੈ। ਹੁਣ ਭਾਵੇਂ ਸਾਨੂੰ ਕੋਈ ਚੰਗਾ ਕਹੀ ਜਾਵੇ, ਚਾਹੇ ਕੋਈ ਬੁਰਾ ਕਹੀ ਜਾਵੇ, ਚਾਹੇ ਕੋਈ ਉਸਤਤ ਕਰੀ ਜਾਵੇ, ਚਾਹੇ ਕੋਈ ਨਿੰਦਿਆ ਕਰੀ ਜਾਵੇ, ਇਹ ਹੁਣ ਉਸਤਤ ਨਿੰਦਿਆ ਦੀ ਲਾਜ ਤੁਹਾਡੇ ਨਾਮ ਨੂੰ ਹੈ। ਜੇ ਕੋਈ ਨਿੰਦਿਆ ਕਰਦਾ ਤੇ ਤੁਹਾਡੇ ਨਾਮ ਕਰਕੇ ਮਹਾਰਾਜ ਉਸ ਨੂੰ ਵੀ ਤੁਸੀਂ ਆਪ ਦੇਖਣਾ, ਤੇ ਜੇ ਕੋਈ ਉਸਤਤ ਕਰਦਾ ਹੈ ਉਹ ਵੀ ਤੁਹਾਡੇ ਨਾਮ ਕਰਕੇ ਮਹਾਰਾਜ ਉਸ ਨੂੰ ਵੀ ਤੁਸੀਂ ਆਪ ਜੀ ਹੀ ਜਾਣਦੇ ਹੋ। ਇਸ ਪ੍ਰਕਾਰ ਪਰਮਾਤਮਾ ਜੀ ਦੇ ਪਿਆਰੇ ਨਿੰਦਕਾਂ ਵੱਲੋਂ ਨਿਰਭਉ ਹੋ ਕਰਕੇ, ਬੇਖੌਫ ਹੋ ਕਰਕੇ, ਤਰਕਾਂ ਨੂੰ ਮਨ ਵਿੱਚ ਨਾ ਲਿਆ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ। ਤੇ ਜਦੋਂ ਨਾਮ ਨੂੰ ਜਪਦੇ ਨੇ ਤੇ ਸਤਿਗੁਰੂ ਜੀ ਅਭੈਤਾ ਨਿਰਭੈਤਾ ਬਖਸ਼ ਦਿੰਦੇ ਨੇ। ਨਾ ਦੁਸ਼ਮਣ ਦਾ ਡਰ,
ਨਾ ਵਿਕਾਰਾਂ ਦਾ ਡਰ, ਨਾ ਮਾਇਆ ਦੇ ਬੰਧਨਾਂ ਦਾ ਡਰ, ਨਾ ਜੰਮਣ ਮਰਨ ਦਾ ਡਰ, ਨਾ ਨਰਕਾਂ ਦਾ ਡਰ, ਨਾ ਜੰਮਾਂ ਦਾ ਡਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਨੂੰ ਅਭੇਦਤਾ ਬਖਸ਼ ਦਿੰਦੇ ਨੇ, ਨਿਰਭੈਤਾ ਬਖਸ਼ਦੇ ਨੇ, ਆਤਮ ਸਰੂਪ ਦਾ ਸੁੱਖ ਬਖਸ਼ਦੇ ਨੇ, ਨਿਜ ਸਰੂਪ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਲੀਨ ਕਰ ਲੈਣਾ ਕਰਦੇ ਨੇ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਜਗਿਆਸੂ ਜਨਾਂ ਦੀਆਂ ਬੇਨਤੀਆਂ ਨੂੰ ਸਰਵਣ ਕਰਕੇ ਸ਼ੰਕਿਆਂ ਦੀ ਨਿਵਰਤੀ ਦੇ ਹਿੱਤ ਆਤਮ ਉਪਦੇਸ਼ ਅੰਮ੍ਰਿਤ ਬਾਣੀ ਦੁਆਰਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰਨਾ ਕੀਤਾ, ਸ਼ੰਕਿਤ ਕਰਨਾ ਕੀਤਾ, ਹਿਰਦਿਆਂ ਦੇ ਅੰਦਰ ਪਿਆਰ ਉਤਪੰਨ ਕਰਦਿਆਂ ਸਰਬਤ ਲੁਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ ਜੀ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਗਰੀਬ ਨਿਵਾਜ ਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਕੇ ਬਖਸ਼ ਲਓ ਜੀ, ਅੱਗੇ ਵਾਸਤੇ ਸਮਤ ਬਖਸ਼ੋ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿਖੇ ਪ੍ਰਵਾਨ ਕਰਨ। ਸਭਨਾਂ ਨੂੰ ਗੁਰਸਿੱਖੀ ਜੀਵਨ, ਗੁਰਮੁਖ ਨਾਮਦਾਨ, ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਵਾਲਾ ਪਰ ਉਪਕਾਰੀ ਜੀਵਨ ਬਖਸ਼ ਕਰਕੇ ਆਪਣੇ ਸਨਮੁਖ ਬਣਾਈ ਰੱਖਣ, ਆਪਣੇ ਚਰਨਾਂ ਵਿਖੇ ਪ੍ਰਵਾਨ ਕਰ ਲੈਣ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ।